ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। 6ਵੇਂ ਭਾਗ ਵਿੱਚ ਸੁਣੋ ਮਾਨਸਿਕ ਉਪਚਾਰ ਦੀਆਂ ਵਿਵਹਾਰਕ ਤਕਨੀਕਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਕੋਈ ਇੰਜੀਨੀਅਰ ਪੁਲ ਜਾਂ ਪੁਲਾੜੀ ਯਾਨ ਬਣਾਉਂਦਾ ਹੈ ਤਾਂ ਉਹ ਕਿਸੇ ਜਾਣੀ ਪਛਾਣੀ ਤਕਨੀਕ ਅਤੇ ਅਜਮਾਈ ਹੋਈ ਯੋਗਤਾਵਾਂ ਦੇ ਤਰੀਕਿਆਂ ਨਾਲ ਸਮੱਸਿਆ ਦਾ ਹੱਲ ਕਰਦਾ ਹੈ। ਇਹ ਤਕਨੀਕਾਂ, ਯੋਗਤਾਵਾਂ ਅਤੇ ਤਰੀਕੇ ਸਿੱਖਣੇ ਪੈਂਦੇ ਹਨ। ਇਸੇ ਤਰ੍ਹਾਂ ਤੁਹਾਡੇ ਜੀਵਨ ਨੂੰ ਨਿਯੰਤਰਿਤ ਅਤੇ ਨਿਰਦੇਸ਼ਿਤ ਕਰਨ ਦੀਆਂ ਵੀ ਕੁਝ ਤਕਨੀਕਾਂ, ਯੋਗਤਾਵਾਂ ਅਤੇ ਤਰੀਕੇ ਹਨ। ਇਹ ਤਰੀਕੇ ਅਤੇ ਤਕਨੀਕਾਂ ਮੁੱਢਲੀਆਂ ਹਨ। ਗੋਲਡਨ ਗੇਟ ਬ੍ਰਿਜ ਬਣਾਉਣ ਤੋਂ ਪਹਿਲਾਂ ਇੰਜੀਨੀਅਰਾਂ ਨੂੰ ਗਣਿਤ ਦੇ ਸਿਧਾਂਤ, ਦਬਾਅ ਅਤੇ ਤਣਾਅ ਨੂੰ ਸਮਝਣਾ ਸੀ। ਦੂਜਾ, ਉਹਨਾਂ ਨੂੰ ਆਪਣੇ ਮਸਤਿਸ਼ਕ ਵਿੱਚ ਖਾੜੀ ਉੱਤੇ ਸਿਰਮੌਰ ਪੁਲ ਦੀ ਮਾਨਸਿਕ ਤਸਵੀਰ ਬਣਾਉਣੀ ਸੀ। ਤੀਜਾ ਕਦਮ ਉਸ ਤਸਵੀਰ ਨੂੰ ਸਾਕਾਰ ਕਰਨ ਲਈ ਅਜ਼ਮਾਏ ਹੋਏ ਅਤੇ ਸਿੱਧ ਤਰੀਕਿਆਂ ਨੂੰ ਇਸਤੇਮਾਲ ਕਰਨਾ ਸੀ। ਜਦੋਂ ਇਹ ਤਿੰਨੇ ਪੈਂਡੇ ਪੂਰੇ ਹੋ ਗਏ ਤਾਂ ਪੁਲ ਬਣ ਗਿਆ ਅਤੇ ਕਾਰ ਚਲਾਉਣ ਵਾਲਿਆਂ ਦੀ ਕਈ ਪੀੜ੍ਹੀਆਂ ਇਸ ਤੋਂ ਪਾਰ ਜਾਣ ਲੱਗ ਪਈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲੇ ਤਾਂ ਤੁਹਾਨੂੰ ਸਹੀ ਤਕਨੀਕਾਂ ਅਤੇ ਵਿਧੀਆਂ ਤੋਂ ਸ਼ੁਰੂਆਤ ਕਰਨੀ ਹੋਵੇਗੀ। ਪ੍ਰਾਰਥਨਾ ਦਾ ਜਵਾਬ ਵਿਗਿਆਨਕ ਤਰੀਕਿਆਂ ਨਾਲ ਮਿਲਦਾ ਹੈ, ਕੁਝ ਵੀ ਸੰਜੋਗ ਤੋਂ ਨਹੀਂ ਹੁੰਦਾ। ਇਹ ਵਿਵਸਥਾ ਅਤੇ ਨਿਯਮ ਕਾਇਦੇ ਦੀ ਦੁਨੀਆ ਹੈ। ਇਸ ਅਧਿਆਇ ਵਿੱਚ ਤੁਸੀਂ ਆਪਣੇ ਅਧਿਆਤਮਕ ਜੀਵਨ ਦੇ ਪ੍ਰਗਟੀਕਰਨ ਅਤੇ ਪੋਸ਼ਣ ਦੀ ਵਿਵਹਾਰਕ ਤਕਨੀਕਾਂ ਪਾਓਗੇ। ਤੁਹਾਡੀਆਂ ਪ੍ਰਾਰਥਨਾਵਾਂ ਨੂੰ ਗੁਬਾਰੇ ਵਾਂਗ ਹਵਾ ਵਿੱਚ ਲਟਕੇ ਰਹਿਣ ਦੀ ਲੋੜ ਨਹੀਂ ਹੈ। ਉਹਨਾਂ ਕਿਤੇ ਪਹੁੰਚਣਾ ਚਾਹੀਦਾ ਹੈ ਅਤੇ ਤੁਹਾਡੇ ਜੀਵਨ ਵਿੱਚ ਕੁਝ ਲਾਹਾ ਪੁੱਜਣਾ ਚਾਹੀਦਾ ਹੈ। ਪ੍ਰਾਰਥਨਾ ਦਾ ਵਿਸ਼ਲੇਸ਼ਣ ਕਰਨ 'ਤੇ ਪਤਾ ਚੱਲਦਾ ਹੈ ਕਿ ਇਸ ਦੀ ਕਈ ਵੱਖਰੀਆਂ ਵਿਧੀਆਂ ਅਤੇ ਤਰੀਕੇ ਹਨ। ਅਸੀਂ ਇਸ ਪੁਸਤਕ ਵਿੱਚ ਧਾਰਮਿਕ ਪੂਜਾ ਪਾਠ ਦੀ ਉਪਚਾਰਕ ਪ੍ਰਾਰਥਨਾਵਾਂ ਨੂੰ ਸ਼ਾਮਲ ਨਹੀਂ ਕਰਾਂਗੇ। ਸਮੂਹ ਅਰਾਧਨਾ ਦਾ ਆਪਣਾ ਮਹੱਤਵ ਹੈ, ਲੇਕਿਨ ਅਸੀਂ ਇੱਥੇ ਇਹਨਾਂ ਉੱਤੇ ਧਿਆਨ ਕੇਂਦਰਿਤ ਨਹੀਂ ਕਰਾਂਗੇ। ਸਾਡਾ ਮੁੱਢਲਾ ਧਿਆਨ ਤਾਂ ਵਿਅਕਤੀਗਤ ਪ੍ਰਾਰਥਨਾ ਦੇ ਉਹਨਾਂ ਪ੍ਰਭਾਵੀ ਤਰੀਕਿਆਂ 'ਤੇ ਹੈ ਜਿਹੜੀ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕੀਤੇ ਜਾ ਸਕਣ ਤਾਂ ਜੋ ਤੁਹਾਨੂੰ ਜਾਂ ਦੂਜਿਆਂ ਨੂੰ ਮਦਦ ਮਿਲ ਸਕੇ। ਪ੍ਰਾਰਥਨਾ ਕਿਸੇ ਮਨਚਾਹੀ ਚੀਜ਼ ਤੋਂ ਜੁੜੇ ਵਿਚਾਰ ਦਾ ਸੂਤਰੀਕਰਨ ਹੈ। ਪ੍ਰਾਰਥਨਾ ਆਤਮਾ ਦੀ ਸੱਚੀ ਮਨੋਕਾਮਨਾ ਹੈ। ਤੁਹਾਡੀ ਮਨੋਕਾਮਨਾ ਹੀ ਤੁਹਾਡੀ ਪ੍ਰਾਰਥਨਾ ਹੈ। ਇਹ ਤੁਹਾਡੀ ਸਭ ਤੋਂ ਡੂੰਘੀ ਜ਼ਰੂਰਤਾਂ 'ਚੋਂ ਨਿਕਲਦੀ ਹੈ ਅਤੇ ਉਹਨਾਂ ਚੀਜ਼ਾਂ ਨੂੰ ਸਾਕਾਰ ਕਰਦੀ ਹੈ ਜਿਨ੍ਹਾਂ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ। ਉਹ ਲੋਕ ਧਨ ਹਨ ਜਿਹੜੇ ਧਰਮ ਪ੍ਰਮਾਣਿਕਤਾ ਦੇ ਭੁੱਖੇ ਤੇ ਪਿਆਸੇ ਹਨ, ਕਿਉਂਕਿ ਉਹਨਾਂ ਨੂੰ ਭਰ ਪੇਟ ਮਿਲੇਗਾ। ਇਹੀ ਪ੍ਰਾਰਥਨਾ ਦੀ ਸੱਚੀ ਪ੍ਰਕਿਰਤੀ ਹੈ। ਜੀਵਨ ਦੀ ਭੁੱਖ ਅਤੇ ਸ਼ਾਂਤੀ, ਸਦਭਾਵ, ਸਿਹਤ, ਖੁਸ਼ੀ ਤੇ ਜੀਵਨ ਦੀ ਬਾਕੀ ਹੋਰ ਬਖਸ਼ਿਸ਼ਾਂ ਨੂੰ ਪਾਉਣ ਦੀ ਕਾਰਗਰ ਅਭਿਵਿਅਕਤੀ। ਚੇਤਨ ਤੋਂ ਅਵਚੇਤਨ ਤੱਕ ਵਿਚਾਰ ਪਹੁੰਚਾਉਣ ਦੀ ਤਕਨੀਕ। ਜਿਵੇਂ ਅਸੀਂ ਦੇਖ ਚੁੱਕੇ ਹਾਂ, ਪ੍ਰਭਾਵੀ ਪ੍ਰਾਰਥਨਾ ਦਾ ਰਹੱਸ ਅਵਚੇਤਨ ਮਨ ਨੂੰ ਇੱਛਤ ਨਤੀਜੇ ਨਾਲ ਸਰੋਬਾਰ ਕਰਨਾ ਹੈ। ਇੰਜ ਕਰਨ ਦਾ ਇੱਕ ਬੜਾ ਹੀ ਸੌਖਾ ਤਰੀਕਾ ਚੇਤਨ ਤੋਂ ਅਵਚੇਤਨ ਮਨ ਤੱਕ ਵਿਚਾਰ ਪਹੁੰਚਾਉਣ ਦੀ ਤਕਨੀਕ ਹੈ। ਇਸ ਵਿੱਚ ਮੁੱਢਲੇ ਤੌਰ 'ਤੇ ਅਵਚੇਤਨ ਮਨ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਇਹ ਚੇਤਨ ਮਨ ਦੇ ਨਿਰਦੇਸ਼ਨ ਨੂੰ ਉਸੇ ਰੂਪ ਵਿੱਚ ਸਵੀਕਾਰ ਕਰ ਲਵੇ। ਇਹ ਤਕਨੀਕ ਸੁਪਨੇ ਵਰਗੀ ਸਥਿਤੀ ਵਿੱਚ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦੀ ਹੈ। ਜਾਣ ਲਓ ਕਿ ਤੁਹਾਡੇ ਇਸ ਜ਼ਿਆਦਾ ਡੂੰਘੇ ਅਵਚੇਤਨ ਵਿੱਚ ਅਸੀਮ ਬੁੱਧੀਮੱਤਾ ਅਤੇ ਅਨੰਤ ਸ਼ਕਤੀ ਹੈ। ਬਸ ਸ਼ਾਂਤੀ ਨਾਲ ਆਪਣੀ ਮਨੋਕਾਮਨਾ ਬਾਰੇ ਸੋਚੋ। ਇਸ ਦੇ ਸਾਕਾਰ ਹੋਣ ਦੀ ਤਸਵੀਰ ਇਸੇ ਪਲ ਤੋਂ ਦੇਖਣਾ ਸ਼ੁਰੂ ਕਰ ਦਿਓ। ਉਸ ਨਿੱਕੀ ਕੁੜੀ ਵਾਂਗ ਬਣੋ ਜਿਸ ਨੂੰ ਬਹੁਤ ਬੁਰੀ ਤਰ੍ਹਾਂ ਖੰਘ ਸੀ ਅਤੇ ਗਲਾ ਖਰਾਬ ਸੀ। ਉਸ ਨੇ ਦ੍ਰਿੜਤਾ ਨਾਲ ਵਾਰ-ਵਾਰ ਇਹ ਤਸਦੀਕ ਕੀਤੀ ਕਿ ਖੰਘ ਹੁਣ ਜਾ ਰਹੀ ਹੈ। ਇਹ ਹੁਣ ਜਾ ਰਹੀ ਹੈ। ਚਮਤਕਾਰ ਇਹ ਹੋਇਆ ਕਿ ਖੰਘ 1 ਘੰਟੇ ਵਿੱਚ ਸੱਚੀ ਹੀ ਗਾਇਬ ਹੋ ਗਈ। ਇਸ ਤਕਨੀਕ ਦਾ ਇਸਤੇਮਾਲ ਪੂਰੀ ਇਮਾਨਦਾਰੀ ਅਤੇ ਸਹਿਜਤਾ ਨਾਲ ਕਰੋ। ਅਵਚੇਤਨ ਮਨ ਤੁਹਾਡੇ ਬਲੂ ਪ੍ਰਿੰਟ ਨੂੰ ਸਵੀਕਾਰ ਕਰ ਲੈਂਦਾ ਹੈ। ਜੇਕਰ ਤੁਸੀਂ ਆਪਣੇ ਤੇ ਪਰਿਵਾਰ ਦੇ ਲਈ ਨਵਾਂ ਘਰ ਬਣਵਾ ਰਹੇ ਹੋ ਤਾਂ ਤੁਸੀਂ ਉਸ ਦੇ ਬਲੂ ਪ੍ਰਿੰਟ ਵਿੱਚ ਡੂੰਘੀ ਰੁਚੀ ਲੈਂਦੇ ਹੋ। ਤੁਸੀਂ ਇਹ ਸੁਨਿਸ਼ਚਿਤ ਕਰਨਾ ਚਾਹੋਗੇ
ਕਿ ਭਵਨ ਨਿਰਮਾਤਾ ਤੁਹਾਡੇ ਬਲੂਪ੍ਰਿੰਟ ਦੀ ਪਾਲਣਾ ਕਰੇ। ਤੁਸੀਂ ਉਸ ਦੇ ਵੱਲ ਲਾਈ ਜਾਣ ਵਾਲੀ ਨਿਰਮਾਣ ਸਮੱਗਰੀ 'ਤੇ ਵੀ ਨਜ਼ਰ ਰੱਖੋਗੇ। ਤੁਸੀਂ ਜਾਣਦੇ ਹੋ ਕਿ ਤੁਹਾਡੇ ਭਾਵੀ ਮਕਾਨ ਦਾ ਜੀਵਨ ਇਸ ਸਮੱਗਰੀ ਦੀ ਗੁਣਵੱਤਾ ਉੱਤੇ ਨਿਰਭਰ ਕਰਦਾ ਹੈ। ਇਸ ਲਈ ਤੁਸੀਂ ਸਭ ਤੋਂ ਵਧੀਆ ਸੀਮੈਂਟ, ਬਿਜਲੀ ਦੇ ਤਾਰ, ਛੱਤ ਦੀ ਸਮੱਗਰੀ ਆਦਿ ਚੁਣੋਗੇ। ਕੀ ਇਸ ਵਿੱਚ ਸਿਆਣਪ ਨਹੀਂ ਹੋਵੇਗੀ ਕਿ ਤੁਸੀਂ ਇੰਨਾ ਹੀ ਧਿਆਨ ਆਪਣੇ ਮਾਨਸਿਕ ਘਰ ਦਾ ਵੀ ਰੱਖੋ? ਕੀ ਇਸ ਵਿੱਚ ਸਿਆਣਪ ਨਹੀਂ ਹੋਵੇਗੀ ਕਿ ਤੁਸੀਂ ਇੰਨੀ ਹੀ ਚਿੰਤਾ, ਖੁਸ਼ੀ ਅਤੇ ਸਮਰਿੱਧੀ ਦੇ ਆਪਣੇ ਮਾਨਸਿਕ ਬਲੂਪ੍ਰਿੰਟ ਦੀ ਕਰੋ? ਤੁਹਾਡੇ ਸਾਰੇ ਅਨੁਭਵ ਅਤੇ ਜੀਵਨ ਵਿੱਚ ਦਾਖਲ ਹੋਣ ਵਾਲੀ ਹਰ ਚੀਜ਼ ਉਹਨਾਂ ਮਾਨਸਿਕ ਇੱਟਾਂ ਦੀ ਪ੍ਰਕਿਰਤੀ ਉੱਤੇ ਨਿਰਭਰ ਕਰਦੀ ਹੈ ਜਿਨ੍ਹਾਂ ਦਾ ਪ੍ਰਯੋਗ ਤੁਸੀਂ ਆਪਣੇ ਮਾਨਸਿਕ ਘਰ ਨੂੰ ਬਣਾਉਣ ਲਈ ਕਰਦੇ ਹੋ। ਜੇਕਰ ਤੁਹਾਡਾ ਮਾਨਸਿਕ ਬਲੂਪ੍ਰਿੰਟ ਡਰ, ਚਿੰਤਾ, ਤਣਾਅ ਜਾਂ ਥੁੜ ਤੋਂ ਬਣਿਆ ਹੋਵੇ, ਜੇਕਰ ਤੁਸੀਂ ਨਿਰਾਸ਼, ਸ਼ੰਕਾਲੂ ਤੇ ਦੋਸ਼ਦਰਸ਼ੀ ਹੋ, ਤਾਂ ਤੁਹਾਡੀ ਇਸ ਮਾਨਸਿਕ ਸਮੱਗਰੀ ਦੇ ਕਾਰਨ ਤੁਹਾਡੇ ਜੀਵਨ ਵਿੱਚ ਜ਼ਿਆਦਾ ਥਕਾਨ, ਸ਼ੰਕਾ, ਤਣਾਅ, ਚਿੰਤਾ ਅਤੇ ਸਾਰੀਆਂ ਤਰ੍ਹਾਂ ਦੀਆਂ ਰੁਕਾਵਟਾਂ ਪ੍ਰਗਟ ਹੋ ਜਾਣਗੀਆਂ। ਜੀਵਨ ਵਿੱਚ ਸਭ ਤੋਂ ਮੁੱਢਲੀ ਅਤੇ ਦੂਰਗਾਮੀ ਚੀਜ਼ ਉਹ ਹੈ ਜਿਹੜੀ ਤੁਸੀਂ ਹਰ ਘੰਟੇ ਆਪਣੀ ਮਾਨਸਿਕਤਾ ਵਿੱਚ ਬਣਾਉਂਦੇ ਹੋ। ਤੁਹਾਡੇ ਸ਼ਬਦ ਖਾਮੋਸ਼ ਅਤੇ ਅਦ੍ਰਿਸ਼ ਲੇਕਿਨ ਅਸਲ ਵਿੱਚ ਹੁੰਦੇ ਹਨ। ਤੁਸੀਂ ਹਰ ਸਮੇਂ ਆਪਣਾ ਮਾਨਸਿਕ ਘਰ ਬਣਾ ਰਹੇ ਹੋ। ਤੁਹਾਡੇ ਵਿਚਾਰ ਅਤੇ ਮਾਨਸਿਕ ਤਸਵੀਰਾਂ ਤੁਹਾਡੇ ਬਲੂਪ੍ਰਿੰਟ ਨੂੰ ਦਰਸਾਉਂਦੇ ਹਨ। ਹਰ ਘੰਟੇ, ਹਰ ਪਲ ਤੁਸੀਂ ਬਿਹਤਰੀਨ ਸਿਹਤ, ਸਫਲਤਾ ਅਤੇ ਖੁਸ਼ੀ ਦਾ ਨਿਰਮਾਣ ਕਰ ਸਕਦੇ ਹੋ। ਉਹਨਾਂ ਵਿਚਾਰਾਂ ਨਾਲ ਜਿਹੜੇ ਤੁਸੀਂ ਸੋਚਦੇ ਤਾਂ ਰੱਖਦੇ ਹੋ, ਉਹਨਾਂ ਵਿਸ਼ਵਾਸਾਂ ਤੋਂ ਜਿਨ੍ਹਾਂ ਨੂੰ ਤੁਸੀਂ ਸਵੀਕਾਰ ਕਰਦੇ ਹੋ, ਅਤੇ ਉਹਨਾਂ ਦ੍ਰਿਸ਼ਾਂ ਨਾਲ ਜਿਨ੍ਹਾਂ ਦੀ ਤੁਸੀਂ ਆਪਣੇ ਮਸਤਿਸ਼ਕ ਦੇ ਛੁਪੇ ਹੋਏ ਸਟੂਡੀਓ ਵਿੱਚ ਰਿਹਰਸਲ ਕਰਦੇ ਹੋ। ਜਿਸ ਰਾਜਸੀ ਮਹਿਲ ਦੇ ਨਿਰਮਾਣ ਵਿੱਚ ਤੁਸੀਂ ਲਗਾਤਾਰ ਜੁਟੇ ਰਹਿੰਦੇ ਹੋ, ਉਹ ਤੁਹਾਡਾ ਵਿਅਕਤੀਤਵ ਹੈ। ਇਸ ਧਰਤੀ 'ਤੇ ਤੁਹਾਡੀ ਪਹਿਚਾਣ ਹੈ। ਇਸ ਦੁਨੀਆ ਵਿੱਚ ਤੁਹਾਡੇ ਜੀਵਨ ਦੀ ਪੂਰੀ ਕਹਾਣੀ ਹੈ। ਇੱਕ ਨਵਾਂ ਬਲੂਪ੍ਰਿੰਟ ਬਣਾਓ। ਵਰਤਮਾਨ ਪਲ ਵਿੱਚ ਸ਼ਾਂਤੀ, ਖੁਸ਼ੀ ਅਤੇ ਸਦਭਾਵਨਾ ਦੇ ਅਹਿਸਾਸ ਦੁਆਰਾ ਇਸ ਨੂੰ ਖਾਮੋਸ਼ੀ ਨਾਲ ਬਣਾਓ। ਇਹਨਾਂ ਚੀਜ਼ਾਂ ਦਾ ਦਾਅਵਾ ਕਰਨ 'ਤੇ ਤੁਹਾਡਾ ਅਵਚੇਤਨ ਤੁਹਾਡੇ ਬਲੂਪ੍ਰਿੰਟ ਨੂੰ ਸਵੀਕਾਰ ਕਰ ਲਵੇਗਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਤਪੰਨ ਕਰ ਦੇਵੇਗਾ। ਉਹਨਾਂ ਦੇ ਨਤੀਜਿਆਂ ਨਾਲ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਸੱਚੀ ਪ੍ਰਾਰਥਨਾ ਦਾ ਵਿਗਿਆਨ ਅਤੇ ਕਰਮ। ਵਿਗਿਆਨ ਦਾ ਅਰਥ ਸੰਯੋਜਿਤ, ਵਿਵਸਥਿਤ ਅਤੇ ਲੜੀਬੱਧ ਗਿਆਨ ਹੈ। ਆਓ ਸੱਚੀ ਪ੍ਰਾਰਥਨਾ ਦੇ ਵਿਗਿਆਨ ਅਤੇ ਕਲਾ ਬਾਰੇ ਜ਼ਰਾ ਗਹੁ ਨਾਲ ਸੋਚੀਏ। ਇਹ ਗਿਆਨ ਜੀਵਨ ਦੇ ਬੁਨਿਆਦੀ ਸਿਧਾਂਤਾਂ ਦੇ ਬਾਰੇ ਹੈ। ਇਸ ਵਿੱਚ ਉਹਨਾਂ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਵਰਣਨ ਹੈ ਜਿਹੜਾ ਤੁਹਾਡੇ ਜਾਂ ਹੋਰ ਕਿਸੇ ਵਿਅਕਤੀ ਦੇ ਜੀਵਨ ਵਿੱਚ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ, ਜਿਹੜਾ ਪੂਰੇ ਵਿਸ਼ਵਾਸ ਨਾਲ ਉਹਨਾਂ ਨੂੰ ਲਾਗੂ ਕਰਦਾ ਹੈ। ਤੁਹਾਡੀ ਤਕਨੀਕ ਜਾਂ ਪ੍ਰਕਿਰਿਆ ਹੋਰ ਇਸ ਦੇ ਪਿੱਛੇ ਦਾ ਵਿਗਿਆਨ ਤੁਹਾਡੀ ਮਾਨਸਿਕ ਤਸਵੀਰ, ਵਿਚਾਰ ਅਤੇ ਤੁਹਾਡੇ ਰਚਨਾਤਮਕ ਮਨ ਦੀ ਨਿਸ਼ਚਿਤ ਪ੍ਰਤੀਕਿਰਿਆ ਹੈ। ਮੰਗੋ ਤੇ ਤੁਹਾਨੂੰ ਮਿਲ ਜਾਵੇਗਾ, ਖੋਜੋ ਤੇ ਤੁਸੀਂ ਪਾ ਲਵੋਗੇ, ਖੜਕਾਓ ਤੇ ਤੁਹਾਡੀ ਦਿਲ ਦਰਵਾਜ਼ਾ ਖੁੱਲ੍ਹ ਜਾਵੇਗਾ। ਇਹ ਬਿਹਤਰੀਨ ਲਾਈਨ ਸਾਨੂੰ ਕੀ ਦੱਸਦੀ ਹੈ? ਇਸ ਦਾ ਸਪਸ਼ਟ ਅਰਥ ਹੈ ਕਿ ਤੁਸੀਂ ਜੋ ਚੀਜ਼ ਮੰਗੋਗੇ ਉਹ ਤੁਹਾਨੂੰ ਮਿਲ ਜਾਵੇਗੀ। ਜਦ ਤੁਸੀਂ ਖੜਕਾਓਗੇ ਤਾਂ ਤੁਹਾਡੇ ਲਈ ਦਰਵਾਜ਼ਾ ਖੁੱਲ੍ਹ ਜਾਵੇਗਾ ਅਤੇ ਤੁਸੀਂ ਜਿਸ ਨੂੰ ਖੋਜ ਰਹੇ ਹੋ ਉਸ ਨੂੰ ਪਾ ਲਵੋਗੇ। ਇਸ ਸਬਕ ਵਿੱਚ ਮਾਨਸਿਕ ਅਤੇ ਅਧਿਆਤਮਕ ਨਿਯਮਾਂ ਦੀ ਨਿਸ਼ਚਿੰਤਤਾ ਨਿਹਿਤ ਹੈ। ਤੁਹਾਡੇ ਚੇਤਨ ਚਿੰਤਨ ਤੇ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਹਮੇਸ਼ਾ ਸਿੱਧੀ ਪ੍ਰਤੀਕਿਰਿਆ ਕਰਦੀ ਹੈ। ਜੇਕਰ ਤੁਸੀਂ ਰੋਟੀ ਮੰਗੋਗੇ ਤਾਂ ਤੁਹਾਨੂੰ ਪੱਥਰ ਨਹੀਂ ਮਿਲਣਗੇ। ਤੁਹਾਨੂੰ ਪੂਰੇ ਵਿਸ਼ਵਾਸ ਨਾਲ ਮੰਗਣਾ ਹੋਵੇਗਾ ਤਾਂ ਹੀ ਤੁਹਾਨੂੰ ਮਿਲੇਗਾ। ਤੁਹਾਡਾ ਮਨ ਵਿਚਾਰ ਨਾਲ ਵਸਤੂ ਵੱਲ ਚੱਲਦਾ ਹੈ। ਜਦੋਂ ਤੱਕ ਮਨ ਵਿੱਚ ਤਸਵੀਰ ਨਹੀਂ ਹੋਵੇਗੀ ਤਦ ਤੱਕ ਮਨ ਨਹੀਂ ਚੱਲ ਸਕਦਾ, ਕਿਉਂਕਿ ਅੱਗੇ ਵਧਣ ਲਈ ਕੁਝ ਨਹੀਂ ਹੋਵੇਗਾ। ਤੁਹਾਡੀ ਪ੍ਰਾਰਥਨਾ, ਜਿਹੜਾ ਤੁਹਾਡਾ ਮਾਨਸਿਕ ਕਰਮ ਹੈ, ਨੂੰ ਪਹਿਲਾਂ ਤੁਹਾਡੀ ਮਾਨਸਿਕ ਤਸਵੀਰ ਨੂੰ ਬਣਾਉਂਦਾ ਹੋਵੇਗਾ। ਤਦੋਂ ਹੀ ਤੁਹਾਡੇ ਅਵਚੇਤਨ ਦੀ ਸ਼ਕਤੀ ਇਸ 'ਤੇ ਕੰਮ ਕਰਦੀ ਅਤੇ ਇਸ ਨੂੰ ਸਾਕਾਰ ਕਰ ਸਕਦੀ ਹੈ। ਤੁਹਾਨੂੰ ਆਪਣੇ ਮਸਤਿਸ਼ਕ ਵਿੱਚ ਸਹਿਮਤੀ ਦੇ ਬਿੰਦੂ 'ਤੇ ਪੁੱਜਣਾ ਹੋਵੇਗਾ, ਆਦ-ਵਾਦਤ ਤੇ ਪੂਰਨ ਸਹਿਮਤੀ। ਇਸ ਤੋਂ ਇਲਾਵਾ ਆਪਣੀ ਮਨੋਕਾਮਨਾ ਦੀ ਪੂਰਤੀ ਨੂੰ ਪਹਿਲਾਂ ਤੋਂ ਹੀ ਦੇਖਣ ਦੀ ਖੁਸ਼ੀ ਅਤੇ ਸੁੱਖ ਦੀ ਭਾਵਨਾ ਹੋਣੀ ਚਾਹੀਦੀ ਹੈ। ਸੱਚੀ ਪ੍ਰਾਰਥਨਾ ਦੀ ਕਲਾ ਅਤੇ ਵਿਗਿਆਨ ਦਾ ਪੁਖਤਾ ਆਧਾਰ
ਤੁਹਾਡਾ ਇਹ ਗਿਆਨ ਅਤੇ ਪੂਰਨ ਵਿਸ਼ਵਾਸ ਹੈ ਕਿ ਤੁਹਾਡੇ ਚੇਤਨ ਮਨ ਦੀ ਗਤੀਵਿਧੀ ਤੇ ਤੁਹਾਡਾ ਅਵਚੇਤਨ ਮਨ ਨਿਸ਼ਚਿਤ ਪ੍ਰਤੀਕਿਰਿਆ ਕਰੇਗਾ, ਜਿਸ ਵਿੱਚ ਅਸੀਮ ਗਿਆਨ ਅਤੇ ਅਸੀਮ ਸ਼ਕਤੀ ਹੈ। ਇਹਨਾਂ ਤਰੀਕਿਆਂ ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਜਾਵੇਗਾ। ਤਸਵੀਰ ਦੀ ਤਕਨੀਕ। ਕਿਸੇ ਵਿਚਾਰ ਦੇ ਸੂਤਰੀਕਰਨ ਦਾ ਸਭ ਤੋਂ ਸੌਖਾ ਤੇ ਸਪਸ਼ਟ ਤਰੀਕਾ ਹੈ ਇਸ ਦੀ ਤਸਵੀਰ ਦੇਖਣਾ। ਆਪਣੇ ਮਨ ਦੀ ਅੱਖ ਨਾਲ ਇਸ ਨੂੰ ਉਨੀ ਹੀ ਸਪਸ਼ਟਤਾ ਨਾਲ ਦੇਖਣਾ ਜਿਵੇਂ ਇਹ ਸਾਕਾਰ ਹੋ। ਤੁਹਾਡੀ ਅੱਖ ਨਾਲ ਸਿਰਫ ਉਹੀ ਦੇਖ ਸਕਦੇ ਹੋ ਜਿਹੜੀ ਬਾਹਰੀ ਜਗਤ ਵਿੱਚ ਪਹਿਲਾਂ ਤੋਂ ਮੌਜੂਦ ਹੈ। ਇਸੇ ਤਰ੍ਹਾਂ ਤੁਸੀਂ ਮਨ ਦੀ ਅੱਖ ਨਾਲ ਜਿਹੜੀ ਤਸਵੀਰ ਦੇਖ ਸਕਦੇ ਹੋ ਉਹ ਪਹਿਲਾਂ ਤੋਂ ਤੁਹਾਡੇ ਮਨ ਦੇ ਅਦ੍ਰਿਸ਼ ਖੇਤਰਾਂ ਵਿੱਚ ਮੌਜੂਦ ਹੁੰਦੀ ਹੈ। ਜਿਹੜੀ ਵੀ ਤਸਵੀਰ ਤੁਹਾਡੇ ਮਨ ਵਿੱਚ ਹੈ ਉਹ ਚਾਹੀ ਗਈ ਅਦ੍ਰਿਸ਼ ਚੀਜ਼ਾਂ ਦਾ ਪ੍ਰਮਾਣ ਹਨ। ਤੁਸੀਂ ਆਪਣੀ ਕਲਪਨਾ ਵਿੱਚ ਜਿਸ ਨੂੰ ਘੜਦੇ ਹੋ ਉਹ ਤੁਹਾਡੇ ਸਰੀਰ ਦੇ ਕਿਸੇ ਅੰਗ ਜਿੰਨਾ ਹੀ ਅਸਲ ਵਿੱਚ ਹੁੰਦਾ ਹੈ। ਵਿਚਾਰ ਅਸਲ ਵਿੱਚ ਹੁੰਦੇ ਹਨ ਅਤੇ ਉਹ ਇੱਕ ਦਿਨ ਤੁਹਾਡੀ ਯਥਾਰਥਵਾਦੀ ਦੁਨੀਆ ਵਿੱਚ ਜ਼ਰੂਰ ਪ੍ਰਗਟ ਹੋਣਗੇ। ਸ਼ਰਤ ਸਿਰਫ ਇਹੀ ਹੈ ਕਿ ਤੁਹਾਨੂੰ ਮਾਨਸਿਕ ਤਸਵੀਰ ਦੇ ਪ੍ਰਤੀ ਨਿਸ਼ਠਾਵਾਨ ਰਹਿਣਾ ਹੋਵੇਗਾ। ਚਿੰਤਨ ਦੀ ਇਹ ਪ੍ਰਕਿਰਿਆ ਤੁਹਾਡੇ ਦਿਮਾਗ ਤੇ ਛਾਪ ਛੱਡ ਦਿੰਦੀ ਹੈ। ਇਹ ਛਾਪ ਬਾਅਦ ਵਿੱਚ ਤੁਹਾਡੇ ਜੀਵਨ ਅੰਦਰ ਤੱਥ ਤੇ ਅਨੁਭਵ ਦੇ ਤੌਰ ਤੇ ਸਾਹਮਣੇ ਆਉਂਦੀ ਹੈ। ਆਰਕੀਟੈਕਟ ਜਿਵੇਂ ਦੀ ਇਮਾਰਤ ਬਣਾਉਣਾ ਚਾਹੁੰਦੇ ਹਨ ਪਹਿਲਾਂ ਉਸ ਦੀ ਤਸਵੀਰ ਨੂੰ ਦੇਖਦੇ ਹਨ। ਉਹ ਉਸ ਨੂੰ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਉਹ ਉਸ ਨੂੰ ਪੂਰਾ ਦੇਖਣਾ ਚਾਹੁੰਦੇ ਹਨ। ਉਹਨਾਂ ਦੀ ਕਲਪਨਾ ਅਤੇ ਵਿਚਾਰ ਪ੍ਰਕਿਰਿਆ ਇੱਕ ਪਲਾਸਟਿਕ ਦਾ ਸਾਂਚਾ ਬਣ ਜਾਂਦੀ ਹੈ ਜਿਸ ਨਾਲ ਇਮਾਰਤ ਉੱਭਰਦੀ ਹੈ। ਇਹ ਸੁੰਦਰ ਜਾਂ ਬਦਸੂਰਤ ਹੋ ਸਕਦੀ ਹੈ, ਗਗਨਚੁੰਬੀ ਇਮਾਰਤ ਜਾਂ ਇੱਕ ਮੰਜ਼ਲਾ ਘਰ ਹੋ ਸਕਦੀ ਹੈ, ਕਿਉਂਕਿ ਇਹ ਸਾਰਾ ਕੁਝ ਤਸਵੀਰ ਦੀ ਕਲਪਨਾ ਤੋਂ ਸ਼ੁਰੂ ਹੁੰਦਾ ਹੈ। ਆਰਕੀਟੈਕਟ ਦੀ ਮਾਨਸਿਕ ਤਸਵੀਰ ਕਾਗਜ਼ ਤੇ ਆਕਾਰ ਲੈਂਦੀ ਹੈ। ਅੰਤ ਵਿੱਚ ਠੇਕੇਦਾਰ ਅਤੇ ਭਵਨ ਨਿਰਮਾਤਾ ਲੋੜੀਂਦੀ ਸਮੱਗਰੀ ਇਕੱਠੇ ਕਰਦੇ ਹਨ ਤੇ ਇਮਾਰਤ ਬਣ ਲੱਗਦੀ ਹੈ। ਪੂਰੀ ਹੋਣ ਤੇ ਇਹ ਆਰਕੀਟੈਕਟ ਦੇ ਮਾਨਸਿਕ ਸਾਂਚੇ ਦੇ ਅਨੁਰੂਪ ਹੁੰਦੀ ਹੈ। ਮੈਂ ਸਰੋਤਿਆਂ ਦੇ ਸਾਹਮਣੇ ਭਾਸ਼ਣ ਦੇਣ ਤੋਂ ਪਹਿਲਾਂ ਹਮੇਸ਼ਾ ਤਸਵੀਰ ਦੀ ਤਕਨੀਕ ਅਜ਼ਮਾਉਂਦਾ ਹਾਂ। ਮੈਂ ਆਪਣੇ ਮਸਤਿਸ਼ਕ ਨੂੰ ਸ਼ਾਂਤ ਕਰ ਲੈਂਦਾ ਹਾਂ ਤਾਂ ਜੋ ਵਿਚਾਰ ਦੀ ਤਸਵੀਰ ਅਵਚੇਤਨ ਮਨ ਤੱਕ ਪੁਜਾ ਸਕਾਂ। ਫਿਰ ਮੈਂ ਪੂਰੇ ਸਮਾਗਮ ਦੀ ਤਸਵੀਰ ਦੇਖਦਾ ਹਾਂ। ਇਸ ਦੀ ਕੁਰਸੀਆਂ ਮਰਦਾਂ ਅਤੇ ਔਰਤਾਂ ਨਾਲ ਭਰੀਆਂ ਹੋਈਆਂ ਹਨ। ਉਹ ਆਪਣੇ ਅੰਦਰ ਦੀ ਅਸੀਮ ਉਪਚਾਰ ਸ਼ਕਤੀ ਨਾਲ ਉਤਸ਼ਾਹਿਤ ਹਨ। ਮੈਂ ਉਹਨਾਂ ਨੂੰ ਸਿਹਤਮੰਦ, ਖੁਸ਼ ਅਤੇ ਸੁਤੰਤਰ ਦੇਖਦਾ ਹਾਂ। ਆਪਣੀ ਕਲਪਨਾ ਵਿੱਚ ਇਹ ਵਿਚਾਰ ਲਿਆਉਣ ਤੋਂ ਬਾਅਦ ਮੈਂ ਇਸ ਮਾਨਸਿਕ ਤਸਵੀਰ ਨੂੰ ਬਣਾਏ ਰੱਖਦਾ ਹਾਂ ਅਤੇ ਕਲਪਨਾ ਕਰਦਾ ਹਾਂ ਕਿ ਲੋਕੀ ਕਹਿ ਰਹੇ ਹਨ ਮੈਂ ਠੀਕ ਹੋ ਗਿਆ, ਮੈਨੂੰ ਬੜਾ ਚੰਗਾ ਲੱਗ ਰਿਹਾ ਹੈ, ਮੇਰੀ ਕਾਇਆ ਪਲਟ ਹੋ ਗਈ ਹੈ। ਮੈਂ ਤਕਰੀਬਨ 10 ਮਿੰਟਾਂ ਤੱਕ ਇੰਜ ਕਰਦਾ ਹਾਂ। ਮੈਂ ਆਪਣੇ ਆਪ ਨੂੰ ਇਹ ਅਹਿਸਾਸ ਦਿਲਾਉਂਦਾ ਹਾਂ ਕਿ ਹਰ ਵਿਅਕਤੀ ਦਾ ਮਨ ਅਤੇ ਸਰੀਰ ਪ੍ਰੇਮ, ਪੂਰਨਤਾ, ਸੁੰਦਰਤਾ ਨਾਲ ਭਰਿਆ ਹੋਇਆ ਹੈ। ਮੇਰਾ ਅਹਿਸਾਸ ਉਸ ਬਿੰਦੂ ਤੱਕ ਪੁੱਜ ਜਾਂਦਾ ਹੈ ਕਿ ਮੈਂ ਮਨ ਅੰਦਰ ਜਨਤਾ ਦੀ ਆਵਾਜ਼ ਸੁਣ ਸਕਦਾ ਹਾਂ ਜੋ ਉਹਨਾਂ ਦੀ ਸਿਹਤ ਅਤੇ ਖੁਸ਼ੀ ਦੀ ਤਸਦੀਕ ਕਰਦੀ ਹੈ। ਫਿਰ ਮੈਂ ਪੂਰੀ ਤਸਵੀਰ ਨੂੰ ਮੁਕਤ ਕਰ ਦਿੰਦਾ ਹਾਂ ਅਤੇ ਸਟੇਜ ਉੱਤੇ ਪੁੱਜ ਜਾਂਦਾ ਹਾਂ। ਇਸ ਤਕਨੀਕ ਦਾ ਪ੍ਰਯੋਗ ਕਰਨ ਤੋਂ ਬਾਅਦ ਮੈਂ ਜਦ ਵੀ ਬੋਲਦਾ ਹਾਂ ਤਾਂ ਹਰ ਵਾਰੀ ਕੁਝ ਲੋਕ ਬਾਅਦ ਤੱਕ ਰੋਕ ਕੇ ਮੈਨੂੰ ਦੱਸਦੇ ਹਨ ਕਿ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਗਿਆ। ਮਾਨਸਿਕ ਫਿਲਮ ਵਿਧੀ। ਜਿਵੇਂ ਕਿ ਪੁਰਾਣਾ ਅਖਾਣ ਦਾਅਵਾ ਕਰਦਾ ਹੈ, ਇੱਕ ਤਸਵੀਰ 1000 ਸ਼ਬਦਾਂ ਦੇ ਬਰਾਬਰ ਹੈ। ਇਸ ਤੱਥ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਵਚੇਤਨ ਮਨ ਕਿਸੇ ਵੀ ਤਸਵੀਰ ਨੂੰ ਸਾਕਾਰ ਕਰ ਦੇਵੇਗਾ, ਬਸ਼ਰਤੇ ਉਸ ਦੇ ਪਿੱਛੇ ਆਸਥਾ ਹੋਵੇ। ਇਸ ਤਰ੍ਹਾਂ ਕੰਮ ਕਰੋ ਜਿਵੇਂ ਮੈਂ ਹਾਂ ਅਤੇ ਮੈਂ ਸੱਚਮੁੱਚ ਮੌਜੂਦ ਰਹਾਂਗਾ। ਸਾਲ ਪਹਿਲਾਂ ਮੈਂ ਮਿਡਵੈਸਟ ਵਿੱਚ ਇੱਕ ਲੈਕਚਰ ਟੂਰ 'ਤੇ ਸੀ। ਇਸ ਸਿਲਸਿਲੇ ਵਿੱਚ ਮੈਨੂੰ ਕੁਝ ਹੋਰ ਰਾਜਾਂ 'ਚ ਜਾਣਾ ਪਿਆ। ਮੈਂ ਉਸ ਇਲਾਕੇ ਵਿੱਚ ਇੱਕ ਸਥਾਈ ਜਗ੍ਹਾ ਚਾਹੁੰਦਾ ਸੀ ਤਾਂ ਕਿ ਮੈਂ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਾਂ। ਮੈਂ ਬੜੀ ਦੂਰ ਦੂਰ ਤਾਈਂ ਯਾਤਰਾ ਕੀਤੀ ਲੇਕਿਨ ਸਥਾਈ ਜਗ੍ਹਾ ਦੇ ਵਿਚਾਰ ਨੂੰ ਨਹੀਂ ਭੁੱਲਿਆ। ਇੱਕ ਰਾਤ ਨੂੰ ਸਪੋਕਨ, ਵਾਸ਼ਿੰਗਟਨ ਵਿੱਚ ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਪਲੰਘ 'ਤੇ ਆਰਾਮ ਕਰ ਰਿਹਾ ਸੀ। ਮੈਂ ਆਪਣੇ ਧਿਆਨ ਨੂੰ ਸਥਿਰ ਕਰ ਲਿਆ। ਸ਼ਾਂਤ ਤੇ ਨਿਸ਼ਕਰੀ ਤਰੀਕੇ ਨਾਲ ਮੈਂ ਕਲਪਨਾ ਕੀਤੀ ਕਿ ਮੈਂ ਬਹੁਤ ਬੜੇ ਲੋਕਾਂ ਦੇ ਇਕੱਠ ਅੱਗੇ ਭਾਸ਼ਣ ਦੇ ਰਿਹਾ ਹਾਂ। ਮੈਂ ਸੁਣਨ ਵਾਲੇ ਲੋਕਾਂ ਨੂੰ ਕਿਹਾ, ਮੈਨੂੰ ਇੱਥੇ ਆ ਕੇ ਖੁਸ਼ੀ ਹੋਈ ਹੈ। ਮੈਂ ਇਸ ਆਦਰਸ਼ ਮੌਕੇ ਲਈ ਪ੍ਰਾਰਥਨਾ ਕੀਤੀ ਹੈ। ਮੈਂ ਆਪਣੀ ਮਨ ਦੀਆਂ ਅੱਖਾਂ ਨਾਲ
ਕਾਲਪਨਕ ਭੀੜ ਨੂੰ ਦੇਖਿਆ ਅਤੇ ਮੈਨੂੰ ਇਹ ਵਾਸਤਵਿਕ ਲੱਗੀ। ਮੈਂ ਕਿਸੇ ਐਕਟਰ ਵਾਂਗ ਇਸ ਮਾਨਸਿਕ ਫਿਲਮ ਦਾ ਨਾਟਕੀਕਰਨ ਕੀਤਾ। ਮੈਂ ਸੰਤੋਖ ਮਹਿਸੂਸ ਕੀਤਾ ਕਿ ਇਹ ਤਸਵੀਰ ਮੇਰੇ ਅਵਚੇਤਨ ਮਨ ਤੱਕ ਪੁੱਜ ਰਹੀ ਹੈ, ਜਿਹੜਾ ਆਪਣੇ ਤਰੀਕੇ ਨਾਲ ਇਸ ਨੂੰ ਵਾਸਤਵਿਕਤਾ ਵਿੱਚ ਬਦਲ ਦੇਵੇਗਾ। ਅਗਲੀ ਸਵੇਰ ਜਾਗਣ 'ਤੇ ਮੈਨੂੰ ਕਾਫੀ ਸ਼ਾਂਤੀ ਅਤੇ ਸੰਤੋਖ ਦਾ ਅਹਿਸਾਸ ਹੋਇਆ। ਕੁਝ ਦਿਨਾਂ ਬਾਅਦ ਮੇਰੇ ਕੋਲ ਮਿਡਵੈਸਟ ਦੀ ਇੱਕ ਸੰਸਥਾ ਦਾ ਫੋਨ ਆਇਆ। ਉਹ ਮੈਨੂੰ ਆਪਣਾ ਡਾਇਰੈਕਟਰ ਬਣਾਉਣਾ ਚਾਹੁੰਦੇ ਸਨ। ਮੈਂ ਉਸ ਪਹਿਲ ਨੂੰ ਸਵੀਕਾਰ ਕਰ ਲਿਆ ਅਤੇ ਕਈ ਸਾਲਾਂ ਤੱਕ ਉੱਥੇ ਰਹਿ ਕੇ ਬੜਾ ਤਸੱਲੀ ਬਖਸ਼ ਕੰਮ ਕਰਨ ਦਾ ਆਨੰਦ ਮਾਣਿਆ। ਜਿਸ ਤਰੀਕੇ ਦਾ ਵਰਣਨ ਮੈਂ ਕੀਤਾ ਹੈ ਉਸ ਨੂੰ ਅਕਸਰ ਮਾਨਸਿਕ ਫਿਲਮ ਵਿਧੀ ਕਿਹਾ ਜਾਂਦਾ ਹੈ। ਮੈਨੂੰ ਬੜੇ ਲੋਕਾਂ ਦੇ ਪੱਤਰ ਮਿਲਦੇ ਹਨ ਜਿਨ੍ਹਾਂ ਨੇ ਮੇਰੀਆਂ ਕਿਤਾਬਾਂ ਪੜ੍ਹੀਆਂ ਜਾਂ ਮੇਰੇ ਭਾਸ਼ਣ ਸੁਣੇ ਹਨ। ਉਹ ਮੈਨੂੰ ਇਸ ਤਕਨੀਕ ਨਾਲ ਹਾਸਲ ਹੋਏ ਹੈਰਾਨੀਕੁੰਨ ਨਤੀਜਿਆਂ ਬਾਰੇ ਦੱਸਦੇ ਹਨ। ਮਾਨਸਿਕ ਫਿਲਮ ਵਿਧੀ ਇੱਕ ਖੇਤਰ ਵਿੱਚ ਖਾਸੀ ਉਪਯੋਗੀ ਲੱਗਦੀ ਹੈ। ਜਾਇਦਾਦ ਵੇਚਣ। ਜੇਕਰ ਤੁਸੀਂ ਕੋਈ ਮਕਾਨ ਜਾਂ ਜਾਇਦਾਦ ਵੇਚਣਾ ਚਾਹੁੰਦੇ ਹੋ ਤਾਂ ਮੇਰਾ ਸੁਝਾਅ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਆਪਣੇ ਮਨ ਵਿੱਚ ਇਹ ਤਸੱਲੀ ਕਰ ਲਓ ਕਿ ਤੁਹਾਡੇ ਵੱਲੋਂ ਤੈਅ ਕੀਤੀ ਗਈ ਕੀਮਤ ਸਹੀ ਹੈ ਅਤੇ ਤੁਹਾਡੇ ਅਤੇ ਖਰੀਦਦਾਰ ਦੋਨਾਂ ਦੇ ਹਿਸਾਬ ਨਾਲ ਇਹ ਦਰੁਸਤ ਹੈ। ਇਸ ਤੋਂ ਬਾਅਦ ਆਪਣੇ ਮਸਤਿਸ਼ਕ ਨੂੰ ਸ਼ਾਂਤ ਕਰ ਲਓ, ਸ਼ਿਥਲ ਹੋ ਜਾਓ, ਆਰਾਮ ਕਰੋ ਅਤੇ ਨੀਂਦਰ ਦੀ ਨਿਸ਼ਕਰੀਆ ਅਵਸਥਾ ਵਿੱਚ ਚਲੇ ਜਾਓ ਤਾਂ ਜੋ ਸਾਰੀਆਂ ਮਾਨਸਿਕ ਕੋਸ਼ਿਕਾਵਾਂ ਘੱਟ ਹੋ ਜਾਣ। ਹੁਣ ਆਪਣੇ ਹੱਥਾਂ ਵਿੱਚ ਚੈੱਕ ਦੀ ਤਸਵੀਰ ਦੇਖੋ। ਚੈੱਕ ਪਾਉਣ 'ਤੇ ਖੁਸ਼ੀ ਮਨਾਓ, ਚੈੱਕ ਲਈ ਧੰਨਵਾਦ ਦਿਓ ਅਤੇ ਆਪਣੇ ਮਸਤਿਸ਼ਕ ਵਿੱਚ ਬਣੀ ਪੂਰੀ ਮਾਨਸਿਕ ਫਿਲਮ ਦੀ ਸਹਿਜਤਾ ਅਨੁਭਵ ਕਰਦਿਆਂ ਸੌਂ ਜਾਵੋ। ਤੁਹਾਨੂੰ ਇਸ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਇਹ ਸੱਚ ਹੋ ਚੁੱਕਿਆ ਹੈ। ਇੰਜ ਕਰਨ ਨਾਲ ਅਵਚੇਤਨ ਮਨ 'ਤੇ ਇਸ ਦੀ ਛਾਪ ਬਣ ਜਾਵੇਗੀ। ਫਿਰ ਅਸੀਮ ਬੁੱਧੀਮੱਤਾ ਉਸ ਖਰੀਦਦਾਰ ਨੂੰ ਤੁਹਾਡੇ ਵੱਲ ਆਕਰਸ਼ਿਤ ਕਰੇਗੀ ਜਿਹੜਾ ਉਸ ਜਾਇਦਾਦ ਨੂੰ ਸੱਚਮੁੱਚ ਹੀ ਚਾਹੁੰਦਾ ਹੈ ਅਤੇ ਜਿਹੜਾ ਇਸ ਨੂੰ ਪ੍ਰੇਮ ਕਰੇਗਾ ਅਤੇ ਇਸ ਨਾਲ ਸਮਰਿੱਧ ਹੋ ਜਾਵੇਗਾ। ਮਸਤਿਸ਼ਕ ਦੇ ਜ਼ਿਆਦਾ ਡੂੰਘੇ ਪ੍ਰਭਾਵ ਨਾਲ ਖਰੀਦਣ ਅਤੇ ਵੇਚਣ ਵਾਲੇ ਇੱਕੋ ਵੇਲੇ ਆ ਜਾਂਦੇ ਹਨ। ਆਸਾ ਹੋਣ 'ਤੇ ਮਨ ਵਿੱਚ ਪਈ ਮਾਨਸਿਕ ਤਸਵੀਰ ਹਕੀਕਤ ਬਣ ਜਾਵੇਗੀ। ਬੋਡੋਇਨ ਤਕਨੀਕ। ਚਾਰਲਸ ਬੋਡੋਇਨ ਫਰਾਂਸ ਦੇ ਰੂਸੋ ਇੰਸਟੀਚਿਊਟ ਵਿੱਚ ਪ੍ਰੋਫੈਸਰ ਸਨ। ਉਹ ਨਿਊ ਨੈਂਸੀ ਸਕੂਲ ਆਫ ਹੀਲਿੰਗ ਦੇ ਕੁਸ਼ਲ ਸਾਈਕੋਥੈਰੇਪਿਸਟ ਅਤੇ ਰਿਸਰਚ ਨਿਰਦੇਸ਼ਕ ਸਨ। ਉਹਨਾਂ ਨੇ ਪਾਇਆ ਕਿ ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਂਘ ਦੀਆਂ ਨਿਸ਼ਕਰੀਆ ਜਾਂ ਨੀਂਦਰ ਵਰਗੀ ਅਵਸਥਾ ਵਿੱਚ ਪੁੱਜਣਾ ਹੈ, ਜਿੱਥੇ ਸਾਰੀਆਂ ਕੋਸ਼ਿਸ਼ਾਂ ਘੱਟੋ ਘੱਟ ਹੋ ਜਾਣ। ਫਿਰ ਚਿੰਤਾ ਰਾਹੀਂ ਇਹ ਵਿਚਾਰ ਸ਼ਾਂਤ, ਨਿਸ਼ਕਰੀ, ਗ੍ਰਹਿਣਸ਼ੀਲ ਤਰੀਕਿਆਂ ਰਾਹੀਂ ਅਵਚੇਤਨ ਵੱਲ ਪੁੱਜ ਜਾਂਦਾ ਹੈ। ਜਿਵੇਂ ਕਿ ਬੋਡੋਇਨ ਨੇ ਸਪਸ਼ਟ ਕੀਤਾ, ਇੰਜ ਕਰਨ ਅਵਚੇਤਨ ਮਨ ਨੂੰ ਭਰਨ ਦਾ ਇੱਕ ਸੌਖਾ ਤਰੀਕਾ ਸੁਝਾਈ ਵਸਤੂ ਦੇ ਵਿਚਾਰ ਨੂੰ ਸੰਖੇਪਿਤ ਕਰਨਾ ਹੈ। ਇਸ ਨੂੰ ਤਤਕਾਲ ਯਾਦ ਹੋਣ ਵਾਲੇ ਸੰਖੇਪਿਤ ਵਾਕਾਂਸ਼ ਵਿੱਚ ਵਿਅਕਤ ਕਰਨਾ ਹੈ ਤੇ ਲੋਰੀ ਵਾਂਗ ਵਾਰ-ਵਾਰ ਦੁਹਰਾਉਣਾ ਹੈ। ਕੁਝ ਸਾਲ ਪਹਿਲਾਂ ਲਾਸ ਐਂਜਲਸ ਵਿੱਚ ਇੱਕ ਮੁਟਿਆਰ ਵਿਧਵਾ ਲੰਬੇ ਅਤੇ ਚੌੜੇ ਪਰਿਵਾਰਕ ਮਸਲੇ ਵਿੱਚ ਉਲਝ ਗਈ ਸੀ। ਉਸ ਦੇ ਸਵਰਗਵਾਸੀ ਪਤੀ ਨੇ ਪੂਰੀ ਜਾਇਦਾਦ ਉਸ ਦੇ ਨਾਮ ਕਰ ਦਿੱਤੀ ਸੀ, ਲੇਕਿਨ ਪਹਿਲੀ ਸ਼ਾਦੀ ਤੋਂ ਉਸ ਦੇ ਧੀ ਪੁੱਤਾਂ ਨੇ ਵਸੀਅਤ ਨੂੰ ਗੈਰ ਕਾਨੂੰਨੀ ਠਹਿਰਾਉਣ ਲਈ ਮੁਕੱਦਮਾ ਦਾਇਰ ਕਰ ਦਿੱਤਾ। ਉਹਨਾਂ ਨੇ ਵਿਧਵਾ ਵੱਲੋਂ ਪੇਸ਼ ਸਮਝੌਤੇ ਦੀ ਪਹਿਲ ਨੂੰ ਠੁਕਰਾ ਦਿੱਤਾ ਸੀ। ਜਦੋਂ ਇਸ ਵਿਧਵਾ ਨੇ ਮੇਰੀ ਮਦਦ ਮੰਗੀ ਤਾਂ ਮੈਂ ਉਸ ਨੂੰ ਬੋਡੋਇਨ ਤਕਨੀਕ ਦੱਸੀ। ਮੈਂ ਉਸ ਨੂੰ ਕਿਹਾ ਕਿ ਉਹ ਆਪਣੀ ਲੋੜ ਨੂੰ ਕੁਝ ਸ਼ਬਦਾਂ ਵਿੱਚ ਭਰ ਲਵੇ ਤਾਂ ਕਿ ਇਹ ਉਸ ਦੀ ਯਾਦ 'ਤੇ ਸੌਖੇ ਢੰਗ ਨਾਲ ਅੰਕਿਤ ਹੋ ਜਾਵੇ। ਉਸ ਨੇ ਵਾਕਾਂਸ਼ ਚੁਣਿਆ। ਉਹ ਸੀ, ਇਹ ਦੈਵੀ ਇੱਛਾ ਦੇ ਅਨੁਰੂਪ ਪੂਰਨ ਹੋਇਆ। ਇਹਨਾਂ ਸ਼ਬਦਾਂ ਨਾਲ ਉਸ ਦਾ ਮਤਲਬ ਸੀ ਕਿ ਅਸੀਮ ਬੁੱਧੀ ਜਿਹੜੀ ਉਸ ਦੇ ਅਵਚੇਤਨ ਮਨ ਦੇ ਨਿਯਮਾਂ ਰਾਹੀਂ ਕੰਮ ਕਰ ਰਹੀ ਸੀ, ਇੱਕ ਸੁਰਤਾ ਦੇ ਸਿਧਾਂਤ ਰਾਹੀਂ ਇੱਕ ਸੁਰਤਾਪੂਰਨ ਨਤੀਜੇ ਕੱਢੇਗੀ। 10 ਰਾਤਾਂ ਤਾਈਂ ਹਰ ਰਾਤ ਉਹ ਇੱਕ ਕੁਰਸੀ ਉੱਤੇ ਬੈਠ ਜਾਂਦੀ ਅਤੇ ਆਪਣੇ ਸਰੀਰ ਨੂੰ ਸੰਯੋਜਿਤ ਢੰਗ ਨਾਲ ਸ਼ਿਥਲ ਕਰਕੇ ਉਹ ਨੀਂਦਰੀ ਅਵਸਥਾ ਵਿੱਚ ਪਹੁੰਚਦੀ। ਫਿਰ ਉਸਨੇ ਹੌਲੀ-ਹੌਲੀ ਸ਼ਾਂਤੀ ਤੇ ਭਾਵਨਾ ਨਾਲ ਇੱਕ ਵਾਕ ਵਾਰ-ਵਾਰ ਦ੍ਰਿੜਤਾ ਨਾਲ ਕਿਹਾ। ਇਹ ਦੈਵੀ ਇੱਛਾ ਦੇ ਅਨੁਰੂਪ ਪੂਰਨ ਹੋਇਆ। ਉਸ ਨੂੰ ਆਂਤਰਿਕ ਸ਼ਾਂਤੀ ਦਾ ਅਹਿਸਾਸ ਹੋਇਆ। ਫਿਰ ਉਹ ਡੂੰਘੀ ਆਮ ਨੀਂਦਰ ਵਿੱਚ ਸੌਂ ਗਈ। 11ਵੇਂ ਦਿਨ ਸਵੇਰੇ ਜਾਗਣ 'ਤੇ ਉਸ ਨੂੰ ਸੁਖਦ ਅਹਿਸਾਸ ਹੋਇਆ।
ਉਸ ਨੂੰ ਵਿਸ਼ਵਾਸ ਸੀ ਕਿ ਇਹ ਸੱਚਮੁੱਚ ਪੂਰਨ ਹੋ ਗਿਆ ਸੀ। ਉਸੇ ਦਿਨ ਉਸਦੇ ਵਕੀਲ ਨੇ ਉਸ ਨੂੰ ਫੋਨ ਕੀਤਾ। ਦੂਜੇ ਪਾਸੇ ਦਾ ਵਕੀਲ ਅਤੇ ਉਸਦੇ ਮੁਵੱਕਲ ਸਮਝੌਤੇ ਲਈ ਤਿਆਰ ਹੋ ਗਏ ਸਨ। ਇੱਕ ਸੁਰਤਾਪੂਰਨ ਸਮਝੌਤਾ ਹੋ ਗਿਆ ਅਤੇ ਮੁਕੱਦਮਾ ਵਾਪਸ ਲੈ ਲਿਆ ਗਿਆ। ਨੀਂਦਰ ਦੀ ਤਕਨੀਕ। ਉਨੀਂਦਰੀ ਨਿਸ਼ਕਰੀਆ ਅਵਸਥਾ ਵਿੱਚ ਕੋਸ਼ਿਸ਼ ਘੱਟੋ ਘੱਟ ਹੋ ਜਾਂਦੀ ਹੈ। ਉਨੀਂਦਰੀ ਅਵਸਥਾ ਵਿੱਚ ਚੇਤਨ ਮਨ ਕਾਫੀ ਹੱਦ ਤਾਈਂ ਨਿਸ਼ਕਰੀਆ ਹੋ ਜਾਂਦਾ ਹੈ। ਇਹਦਾ ਕਾਰਨ ਇਹ ਹੈ ਕਿ ਅਵਚੇਤਨ ਸੌਣ ਤੋਂ ਠੀਕ ਪਹਿਲਾਂ ਅਤੇ ਜਾਗਣ ਤੋਂ ਠੀਕ ਬਾਅਦ ਹੀ ਸਭ ਤੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ। ਇਸ ਅਵਸਥਾ ਵਿੱਚ ਤੁਹਾਡੀ ਇੱਛਾ ਨੂੰ ਅਵਚੇਤਨ ਮਨ ਤੱਕ ਪਹੁੰਚਾਉਣ ਤੋਂ ਰੋਕਣ ਵਾਲੇ ਨਕਾਰਾਤਮਕ ਵਿਚਾਰ ਮੌਜੂਦ ਨਹੀਂ ਹੁੰਦੇ। ਮੰਨ ਲਓ ਤੁਸੀਂ ਕਿਸੇ ਵਿਨਾਸ਼ਕ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਇਸ ਲਈ ਆਰਾਮਦਾਇਕ ਮੁਦਰਾ ਅਪਣਾ ਲਓ। ਆਪਣੇ ਸਰੀਰ ਨੂੰ ਸ਼ਿਥਲ ਕਰ ਦਿਓ ਅਤੇ ਸਥਿਰ ਹੋ ਜਾਓ। ਉਨੀਂਦਰੀ ਅਵਸਥਾ ਵਿੱਚ ਜਾਓ ਅਤੇ ਵਾਰ-ਵਾਰ ਕਿਸੇ ਲੋਰੀ ਵਾਂਗ ਦੁਹਰਾਉਂਦੇ ਰਹੋ, ਮੈਂ ਇਸ ਆਦਤ ਤੋਂ ਪੂਰੀ ਤਰ੍ਹਾਂ ਆਜ਼ਾਦ ਹਾਂ। ਮੈਂ ਇਕਸੁਰਤਾ ਅਤੇ ਪੂਰਨ ਮਾਨਸਿਕ ਸ਼ਾਂਤੀ ਨੂੰ ਮਹਿਸੂਸ ਕਰ ਰਿਹਾ ਹਾਂ। ਇਹਨਾਂ ਸ਼ਬਦਾਂ ਨੂੰ ਰਾਤੀ ਅਤੇ ਸਵੇਰੇ 5-10 ਮਿੰਟਾਂ ਤੱਕ ਹੌਲੀ-ਹੌਲੀ ਸ਼ਾਂਤੀ ਅਤੇ ਪ੍ਰੇਮ ਨਾਲ ਦੁਹਰਾਓ। ਵਾਰ-ਵਾਰ ਦੁਹਰਾਉਣ ਨਾਲ ਸ਼ਬਦਾਂ ਦਾ ਭਾਵਨਾਤਮਕ ਮਹੱਤਵ ਵੱਧ ਜਾਂਦਾ ਹੈ। ਜਦੋਂ ਨਕਾਰਾਤਮਕ ਆਦਤ ਜ਼ੋਰ ਮਾਰੇ ਤਾਂ ਇਸ ਫਾਰਮੂਲੇ ਨੂੰ ਦੁਹਰਾਓ। ਇਸ ਤਕਨੀਕ ਨਾਲ ਤੁਸੀਂ ਅਵਚੇਤਨ ਨੂੰ ਵਿਚਾਰ ਸਵੀਕਾਰ ਕਰਨ ਲਈ ਪ੍ਰੇਰਿਤ ਕਰਦੇ ਹੋ ਅਤੇ ਉਪਚਾਰ ਹੋ ਜਾਂਦਾ ਹੈ। ਧੰਨਵਾਦ ਤਕਨੀਕ। ਬਾਈਬਲ ਵਿੱਚ ਪਾਲ ਸੁਝਾਅ ਦਿੰਦੇ ਹਨ ਕਿ ਅਸੀਂ ਆਪਣੇ ਨਿਵੇਦਨਾਂ ਨਾਲ ਸ਼ਲਾਘਾ ਕਰੀਏ ਅਤੇ ਧੰਨਵਾਦ ਕਰੀਏ। ਪ੍ਰਾਰਥਨਾ ਦੇ ਇਸ ਸੌਖੇ ਜਿਹੇ ਤਰੀਕੇ ਨਾਲ ਸ਼ਾਨਦਾਰ ਨਤੀਜੇ ਮਿਲਦੇ ਹਨ। ਕਿਰਤੱਗ ਹਿਰਦਾ ਬ੍ਰਹਿਮੰਡ ਦੀ ਰਚਨਾਤਮਕ ਸ਼ਕਤੀਆਂ ਦੇ ਹਮੇਸ਼ਾ ਨੇੜੇ ਹੁੰਦਾ ਹੈ, ਜਿਸ ਨਾਲ ਸਾਂਝੇ ਸਬੰਧਾਂ ਦੇ ਨਿਯਮ, ਕਿਰਿਆ ਅਤੇ ਪ੍ਰਤੀਕਿਰਿਆ ਦੇ ਬ੍ਰਹਿਮੰਡੀ ਨਿਯਮ ਦੇ ਆਧਾਰ 'ਤੇ ਇਸ ਦੇ ਵੱਲ ਅਸੰਖ ਰਹਿਮਤਾਂ ਪ੍ਰਵਾਹਿਤ ਹੁੰਦੀਆਂ ਹਨ। ਹੁਣੇ ਹੀ ਇੱਕ ਮੁਟਿਆਰ ਮਾਂ ਨੇ ਮੈਨੂੰ ਇਸ ਤਕਨੀਕ ਬਾਰੇ ਆਪਣਾ ਅਨੁਭਵ ਦੱਸਿਆ। ਉਸਨੇ ਕਿਹਾ, ਮੇਰੀ ਨੌਕਰੀ ਛੁੱਟ ਗਈ ਸੀ ਅਤੇ ਮੈਂ ਦਿਵਾਲੀਆ ਸੀ। ਮੇਰੇ 3 ਬੱਚੇ ਸਨ ਜਿਨ੍ਹਾਂ ਦਾ ਮੈਨੂੰ ਢਿੱਡ ਭਰਨਾ ਸੀ। ਮੈਂ ਨਹੀਂ ਜਾਣਦੀ ਸਾਂ ਕਿ ਮਦਦ ਲਈ ਕਿੱਧਰ ਜਾਵਾਂ। ਫਿਰ ਮੈਂ ਤੁਹਾਡੀ ਇਹ ਗੱਲ ਸੁਣੀ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਮਿਲਣ ਤੋਂ ਪਹਿਲਾਂ ਹੀ ਸਾਨੂੰ ਕਿਰਤੱਗ ਹੋ ਕੇ ਧੰਨਵਾਦ ਦੇਣਾ ਚਾਹੀਦਾ ਹੈ। ਇੰਝ ਲੱਗਿਆ ਜਿਵੇਂ ਮੇਰੇ ਦਿਮਾਗ ਦੀ ਬੱਤੀ ਬਲ ਗਈ ਹੋਵੇ। ਮੈਂ ਸਮਝ ਗਈ ਕਿ ਮੈਨੂੰ ਇਸ ਨੂੰ ਅਜ਼ਮਾਉਣਾ ਹੀ ਹੋਵੇਗਾ। ਹਰ ਰਾਤ ਤੇ ਸਵੇਰ 3 ਹਫ਼ਤਿਆਂ ਤੱਕ ਉਹ ਔਰਤ ਇਹ ਸ਼ਬਦ ਦੁਹਰਾਉਂਦੀ ਰਹੀ, ਪਰਮਪਿਤਾ, ਮੇਰੀ ਦੌਲਤ ਲਈ ਧੰਨਵਾਦ। ਉਸ ਨੇ ਇਹ ਕੰਮ ਸ਼ਿਥਲ, ਸ਼ਾਂਤ ਅਵਸਥਾ ਵਿੱਚ ਕੀਤਾ ਅਤੇ ਤਦੋਂ ਤੱਕ ਕਰਦੀ ਰਹੀ ਜਦੋਂ ਤੱਕ ਕਿ ਕਿਰਤੱਗਤਾ ਦੀ ਭਾਵਨਾ ਉਸ ਦੇ ਦਿਮਾਗ ਉੱਤੇ ਹਾਵੀ ਨਹੀਂ ਹੋ ਗਈ। ਉਸ ਨੇ ਕਲਪਨਾ ਕੀਤੀ ਕਿ ਉਹ ਆਪਣੇ ਅੰਦਰਲੀ ਅਸੀਮ ਸ਼ਕਤੀ ਤੇ ਬੁੱਧੀਮੱਤਾ ਨੂੰ ਸੱਦਾ ਦੇ ਰਹੀ ਹੈ। ਹਾਲਾਂਕਿ ਜ਼ਾਹਰ ਹੈ ਉਹ ਰਚਨਾਤਮਕ ਬੁੱਧੀਮੱਤਾ ਜਾਂ ਅਸੀਮ ਮਸਤਿਸ਼ਕ ਨੂੰ ਦੇਖ ਨਹੀਂ ਸਕਦੀ ਸੀ। ਉਹ ਅਧਿਆਤਮਕ ਅਨੁਭੂਤੀ ਦੀ ਅੰਦਰਲੀ ਅੱਖ ਨਾਲ ਦੇਖ ਰਹੀ ਸੀ ਤੇ ਉਸ ਨੂੰ ਇਹ ਅਹਿਸਾਸ ਸੀ ਦੌਲਤ ਦੀ ਉਸ ਵਿਚਾਰ ਛਵੀ ਪਹਿਲਾ ਕਾਰਨ ਸੀ ਜਿਸ ਨਾਲ ਉਸ ਨੂੰ ਧਨ, ਮਾਣ ਤੇ ਭੋਜਨ ਮਿਲੇਗਾ। ਉਸ ਦੀ ਵਿਚਾਰ ਭਾਵਨਾ ਦੌਲਤ ਨਾਲ ਸਰਵਬੋਰ ਸੀ, ਜਿਸ ਤੇ ਕਿਸੇ ਤਰ੍ਹਾਂ ਦੀ ਪਰਿਸਥਿਤੀ ਦਾ ਪ੍ਰਭਾਵ ਨਹੀਂ ਪੈਂਦਾ ਸੀ। ਵਾਰ-ਵਾਰ ਧੰਨਵਾਦ ਪਰਮਪਿਤਾ ਦੁਹਰਾ ਕੇ ਮਹਿਲਾ ਦਾ ਦਿਲੋਂ ਦਿਮਾਗ ਸਵੀਕ੍ਰਿਤ ਤੇ ਬਿੰਦੂ ਤੱਕ ਪੁੱਜ ਗਿਆ। ਜਦ ਉਸ ਦੇ ਮਨ ਵਿੱਚ ਥੋੜ, ਗਰੀਬੀ ਤੇ ਰੋਗ ਦੇ ਵਿਚਾਰ ਆਉਂਦੇ ਸਨ ਤਾਂ ਉਹ ਲੋੜ ਅਨੁਸਾਰ ਵਾਰ-ਵਾਰ ਕਹਿੰਦੀ ਸੀ, ਧੰਨਵਾਦ ਪਰਮਪਿਤਾ। ਉਹ ਜਾਣਦੀ ਸੀ ਕਿ ਜੇਕਰ ਉਹ ਕਿਰਤੱਗ ਨਜ਼ਰੀਆ ਰੱਖੇਗੀ ਤਾਂ ਉਸ ਦਾ ਦਿਮਾਗ ਦੌਲਤ ਦੇ ਵਿਚਾਰ ਨੂੰ ਸਵੀਕਾਰ ਕਰ ਲਵੇਗਾ। ਇਹੀ ਹੋਇਆ। ਉਸ ਮਹਿਲਾ ਨੂੰ ਪ੍ਰਾਰਥਨਾ ਦਾ ਇੱਕ ਰੌਚਕ ਨਤੀਜਾ ਮਿਲਿਆ। ਪ੍ਰਾਰਥਨਾ ਸ਼ੁਰੂ ਕਰਨ ਦੇ ਕੁਝ ਸਮਾਂ ਬਾਅਦ ਉਸ ਨੂੰ ਰਾਹ ਵਿੱਚ ਇੱਕ ਸਾਬਕਾ ਨਿਯੋਕਤਾ ਮਿਲਿਆ ਜਿਸ ਨਾਲ ਉਹ 5 ਸਾਲਾਂ ਤੋਂ ਨਹੀਂ ਮਿਲੀ ਸੀ। ਉਹ ਸਾਬਕਾ ਨਿਯੋਕਤਾ ਨੇ ਉਸ ਦੇ ਸਾਹਮਣੇ ਚੰਗੀ ਤਨਖਾਹ ਵਾਲੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਉਸ ਨੇ ਉਸ ਨੂੰ ਕਰਜ਼ ਵੀ ਦਿੱਤਾ ਤਾਂ ਜੋ ਉਹ ਪਹਿਲੀ ਤਨਖਾਹ ਮਿਲਣ ਤੱਕ ਕੰਮ ਚਲਾ ਸਕੇ। ਉਸ ਔਰਤ ਨੇ ਮੈਨੂੰ ਕਿਹਾ, ਮੈਂ ਧੰਨਵਾਦ ਪਰਮਪਿਤਾ ਦੀ ਅਦਭੁਤ ਸ਼ਕਤੀ ਨੂੰ ਕਦੇ ਨਾ ਭੁੱਲ ਪਾਵਾਂਗੀ। ਇਸ ਨੇ ਮੇਰੇ ਲਈ ਚਮਤਕਾਰ ਕੀਤਾ ਹੈ। ਸਵੀਕਾਰਾਤਮਕ ਵਿਧੀ। ਸਵੀਕਾਰਾਤਮਕ ਪੁਸ਼ਟੀ ਦਾ ਪ੍ਰਭਾਵ ਕਾਫੀ ਹੱਦ ਤੱਕ ਇਸ ਦੇ ਸ਼ਬਦਾਂ ਵਿੱਚ ਨਿਸ਼ਚਿਤ ਸੱਚ ਅਤੇ ਅਰਥ ਦੀ ਆਪਣੀ ਸਮਝ ਨਾਲ ਤੈਅ ਹੁੰਦਾ ਹੈ। ਪ੍ਰਾਰਥਨਾ ਵਿੱਚ ਬੇਅਰਥੀ
ਦੁਹਰਾਓ ਨਾ ਕਰੋ। ਸਕਾਰਾਤਮਕ ਤਸਦੀਕ ਦੀ ਸ਼ਕਤੀ ਨਿਸ਼ਚਿਤ ਅਤੇ ਸਪਸ਼ਟ ਸਕਾਰਾਤਮਕ ਗੱਲਾਂ ਦੇ ਬੁੱਧੀਮੱਤਾ ਪੂਰਨ ਅਮਲ ਵਿੱਚ ਹੈ। ਮੰਨ ਲਓ ਸਕੂਲ ਦਾ ਕੋਈ ਬੱਚਾ 3 ਅਤੇ 3 ਨੂੰ ਜੋੜ ਕੇ ਬਲੈਕ ਬੋਰਡ 'ਤੇ 7 ਲਿਖ ਦਿੰਦਾ ਹੈ। ਟੀਚਰ ਗਣਿਤ ਦੀ ਨਿਸ਼ਚਿਤਤਾ ਨਾਲ ਪੁਸ਼ਟੀ ਕਰਦਾ ਹੈ ਕਿ 3 ਅਤੇ 3 6 ਹੁੰਦੇ ਹਨ। ਇਸ ਤੋਂ ਬਾਅਦ ਬੱਚਾ ਅੰਕਾਂ ਨੂੰ ਬਦਲ ਦਿੰਦਾ ਹੈ। ਟੀਚਰ ਦੀ ਤਸਦੀਕ ਨਾਲ 3 ਅਤੇ 3 6 ਨਹੀਂ ਹੋਏ। ਇਹ ਤਾਂ ਪਹਿਲਾਂ ਤੋਂ ਹੀ ਗਣਿਤ ਦੀ ਸੱਚਾਈ ਸੀ। ਇਸ ਸੱਚਾਈ ਦੇ ਕਾਰਨ ਬੱਚੇ ਨੇ ਬਲੈਕ ਬੋਰਡ ਦੇ ਅੰਕ ਬਦਲ ਦਿੱਤੇ। ਬਿਮਾਰ ਹੋਣਾ ਆਮ ਨਹੀਂ ਹੈ, ਸਿਹਤਮੰਦ ਹੋਣਾ ਆਮ ਹੈ। ਸਿਹਤ ਤੁਹਾਡੇ ਅਸਤਿਤਵ ਦੀ ਸੱਚਾਈ ਹੈ। ਜਦ ਤੁਸੀਂ ਸਿਹਤਮੰਦ ਇਕਸੁਰਤਾ ਉੱਤੇ ਆਪਣੇ ਲਈ ਜਾਂ ਕਿਸੇ ਦੂਜੇ ਲਈ ਸ਼ਾਂਤੀ ਦੀ ਸਕਾਰਾਤਮਕ ਤਸਦੀਕ ਕਰਦੇ ਹਨ ਤੇ ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਅਸਤਿਤਵ ਦੇ ਸਦੀਵੀ ਸਿਧਾਂਤ ਹਨ, ਤਾਂ ਤੁਸੀਂ ਅਵਚੇਤਨ ਮਨ ਦੇ ਨਕਾਰਾਤਮਕ ਢਾਂਚੇ ਨੂੰ ਆਪਣੀ ਆਸਥਾ ਅਤੇ ਘੋਸ਼ਣਾ ਦੇ ਅਨੁਰੂਪ ਦੁਬਾਰਾ ਵਿਵਸਥਿਤ ਕਰ ਲੈਂਦੇ ਹੋ। ਪ੍ਰਾਰਥਨਾ ਦੀ ਸਕਾਰਾਤਮਕ ਪੁਸ਼ਟੀ ਦਾ ਨਤੀਜਾ ਜੀਵਨ ਦੇ ਸਿਧਾਂਤਾਂ ਦੇ ਬਲ ਦੇਣ 'ਤੇ ਨਿਰਭਰ ਕਰਦਾ ਹੈ। ਭਾਵੇਂ ਸਥਿਤੀ ਨੂੰ ਕਿਵੇਂ ਵੀ ਵੇਖੋ, ਇੱਕ ਪਲ ਲਈ ਵਿਚਾਰ ਕਰੋ। ਗਣਿਤ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਗਲਤੀ ਦਾ ਕੋਈ ਸਿਧਾਂਤ ਨਹੀਂ ਹੁੰਦਾ। ਸੱਚਾਈ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਬੇਈਮਾਨੀ ਦਾ ਨਹੀਂ ਹੁੰਦਾ। ਬੁੱਧੀ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਅਗਿਆਨ ਦਾ ਨਹੀਂ ਹੁੰਦਾ। ਇਕਸੁਰਤਾ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਮਤਭੇਦ ਦਾ ਨਹੀਂ ਹੁੰਦਾ। ਸਿਹਤ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਬਿਮਾਰੀ ਦਾ ਨਹੀਂ ਹੁੰਦਾ। ਅਤੇ ਸਮਰਿੱਧੀ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਗਰੀਬੀ ਦਾ ਨਹੀਂ ਹੁੰਦਾ। ਜਦੋਂ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਗਾਲਸਟੋਨਜ਼ ਹਟਾਉਣ ਦਾ ਮੇਰੀ ਭੈਣ ਦਾ ਆਪਰੇਸ਼ਨ ਹੋਣ ਵਾਲਾ ਸੀ, ਤਾਂ ਮੈਂ ਸਕਾਰਾਤਮਕ ਤਸਦੀਕ ਦੇ ਤਰੀਕੇ ਦਾ ਪ੍ਰਯੋਗ ਕੀਤਾ। ਹਸਪਤਾਲ ਦੀਆਂ ਜਾਂਚਾਂ ਅਤੇ ਐਕਸ-ਰੇ ਵਿੱਚ ਉਸ ਦੇ ਰੋਗ ਦੀ ਪੁਸ਼ਟੀ ਹੋ ਚੁੱਕੀ ਸੀ। ਉਸ ਨੇ ਮੈਨੂੰ ਆਪਣੀ ਸਿਹਤ ਲਈ ਪ੍ਰਾਰਥਨਾ ਕਰਨ ਨੂੰ ਕਿਹਾ। ਮੈਂ 6000 ਮੀਲ ਤੋਂ ਜ਼ਿਆਦਾ ਦੂਰ ਸੀ, ਲੇਕਿਨ ਇਸ ਨਾਲ ਮੈਂ ਵਿਚਲਿਤ ਨਹੀਂ ਹੋਇਆ। ਮਸਤਿਸ਼ਕ ਸਿਧਾਂਤ ਵਿੱਚ ਸਮਾਂ ਅਤੇ ਦੂਰੀ ਦਾ ਕੋਈ ਮਹੱਤਵ ਨਹੀਂ ਹੁੰਦਾ। ਅਸੀਮ ਮਨ ਜਾਂ ਬੁੱਧੀਮੱਤਾ ਇੱਕੋ ਹੀ ਸਮੇਂ ਵਿੱਚ ਹਰ ਬਿੰਦੂ ਉੱਤੇ ਪੂਰੀ ਤਰ੍ਹਾਂ ਮੌਜੂਦ ਰਹਿੰਦੀ ਹੈ। ਦਿਨ ਵਿੱਚ ਕਈ ਵਾਰ ਮੈਂ ਆਪਣੀ ਭੈਣ ਦੇ ਰੋਗਾਂ ਦੇ ਲੱਛਣਾਂ ਅਤੇ ਉਸਦੇ ਸਰੀਰਕ ਵਿਅਕਤਿਤਵ ਸੰਬੰਧੀ ਵਿਚਾਰਾਂ ਨੂੰ ਦੂਰ ਕੀਤਾ। ਸ਼ਾਂਤੀ ਅਤੇ ਵਿਸ਼ਵਾਸ ਤੋਂ ਮੈਂ ਇਸ ਗੱਲ ਦੀ ਸਕਾਰਾਤਮਕ ਤਸਦੀਕ ਕੀਤੀ। ਇਹ ਪ੍ਰਾਰਥਨਾ ਮੈਂ ਆਪਣੀ ਭੈਣ ਕੈਥਰੀਨ ਦੇ ਲਈ ਕਰ ਰਿਹਾ ਹਾਂ। ਉਹ ਆਰਾਮ ਤੇ ਚੈਨ ਨਾਲ ਹੈ, ਸੰਤੁਲਿਤ ਤੇ ਪੂਰੀ ਤਰ੍ਹਾਂ ਸ਼ਾਂਤ। ਅਵਚੇਤਨ ਮਨ ਦੀ ਜਿਸ ਉਪਚਾਰਕ ਬੁੱਧੀ ਨੇ ਉਸ ਦੇ ਸਰੀਰ ਨੂੰ ਬਣਾਇਆ ਹੈ, ਉਹ ਹੁਣ ਉਸ ਦੇ ਅਸਤਿਤਵ ਦੀ ਹਰ ਕੋਸ਼ਿਕਾ, ਸਨਾਊ, ਊਤਕ, ਮਾਸਪੇਸ਼ੀ ਅਤੇ ਅਸਥੀ ਨੂੰ ਬਦਲ ਰਹੀ ਹੈ। ਇਹ ਬਦਲਾਅ ਉਸ ਦੇ ਅਵਚੇਤਨ ਮਨ ਵਿੱਚ ਸਮਾਹਿਤ ਸਾਰੇ ਅੰਗਾਂ ਦੇ ਆਦਰਸ਼ ਬਲੂਪ੍ਰਿੰਟ ਦੇ ਅਨੁਰੂਪ ਹੋ ਰਿਹਾ ਹੈ। ਸ਼ਾਂਤੀ ਤੇ ਖਾਮੋਸ਼ੀ ਨਾਲ ਉਸ ਦੇ ਅਵਚੇਤਨ ਮਨ ਦੇ ਸਾਰੇ ਵਿਕਰਤ ਵਿਚਾਰ ਤੰਤਰ ਹਟ ਅਤੇ ਘੁਲ ਰਹੇ ਹਨ। ਉਸ ਦੇ ਅਸਤਿਤਵ ਦੇ ਹਰ ਅਣੂ ਵਿੱਚ ਜੀਵਨ ਸਿਧਾਂਤ ਦੀ ਸੰਜੀਵਤਾ, ਪੂਰਨਤਾ ਤੇ ਸੁੰਦਰਤਾ ਪ੍ਰਗਟ ਹੋ ਰਹੀ ਹੈ। ਉਹ ਹੁਣ ਉਹਨਾਂ ਉਪਚਾਰਕ ਤਰੰਗਾਂ ਨੂੰ ਗ੍ਰਹਿਣ ਕਰ ਰਹੀ ਹੈ ਜਿਹੜੀ ਉਸ ਵਿੱਚ ਦਰਿਆ ਵਾਂਗ ਪ੍ਰਵਾਹਿਤ ਹੋ ਰਹੀ ਹੈ ਅਤੇ ਉਸ ਨੂੰ ਪੂਰਨ ਸਿਹਤਮੰਦ ਇਕਸੁਰਤਾ ਅਤੇ ਸ਼ਾਂਤੀ ਦੇ ਰਹੇ ਹਨ। ਸਾਰੀ ਵਿਕਰਤੀਆਂ ਤੇ ਕਰੂਪ ਛਵੀਆਂ ਹੁਣ ਉਸ ਵਿੱਚ ਪ੍ਰਵਾਹਿਤ ਹੋ ਰਹੇ ਪ੍ਰੇਮ ਅਤੇ ਸ਼ਾਂਤੀ ਦੇ ਅਸੀਮ ਸਮੁੰਦਰ ਨਾਲ ਧੋਤੀਆਂ ਜਾ ਰਹੀਆਂ ਹਨ। ਇਹੀ ਹੋ ਰਿਹਾ ਹੈ। 2 ਹਫ਼ਤਿਆਂ ਬਾਅਦ ਮੇਰੀ ਭੈਣ ਦੀ ਇੱਕ ਵਾਰੀ ਫੇਰ ਜਾਂਚ ਹੋਈ। ਹੈਰਾਨੀਕੁੰਨ ਗੱਲ ਇਹ ਸੀ ਕਿ ਇਸ ਵਾਰੀ ਉਸ ਦੇ ਐਕਸ-ਰੇ ਵਿੱਚ ਕੋਈ ਗੜਬੜ ਨਹੀਂ ਨਿਕਲੀ। ਉਸ ਦੇ ਡਾਕਟਰ ਨੇ ਕਿਹਾ ਕਿ ਉਸ ਦੀ ਹਾਲਤ ਵਿੱਚ ਵਿਲੱਖਣ ਸੁਧਾਰ ਹੋਇਆ ਸੀ ਤੇ ਹੁਣ ਆਪਰੇਸ਼ਨ ਦੀ ਕੋਈ ਲੋੜ ਨਹੀਂ ਸੀ। ਸਕਾਰਾਤਮਕ ਤਸਦੀਕ ਦਾ ਮਤਲਬ ਇਹ ਕਹਿਣਾ ਹੈ ਕਿ ਇੰਜ ਹੀ ਹੋਵੇ। ਜਦੋਂ ਤੁਸੀਂ ਸਾਰੇ ਵਿਪਰੀਤ ਸਬੂਤਾਂ ਦੇ ਬਾਵਜੂਦ ਮਾਨਸਿਕ ਨਜ਼ਰੀਏ ਨੂੰ ਸੱਚ ਮੰਨਦੇ ਹੋ, ਤਾਂ ਤੁਹਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਜ਼ਰੂਰ ਮਿਲੇਗਾ। ਧਿਆਨ ਦਿਓ, ਤੁਹਾਡਾ ਵਿਚਾਰ ਨਕਾਰਾਤਮਕ ਨਹੀਂ, ਸਿਰਫ ਸਕਾਰਾਤਮਕ ਪੁਸ਼ਟੀ ਕਰਦਾ ਹੈ। ਕਿਉਂਕਿ ਜੇਕਰ ਤੁਸੀਂ ਕਿਸੇ ਚੀਜ਼ ਤੋਂ ਇਨਕਾਰ ਕਰਦੇ ਹਾਂ, ਤਦ ਵੀ ਤੁਸੀਂ ਦਰਅਸਲ ਉਸ ਚੀਜ਼ ਦੀ ਉਪਸਥਿਤੀ ਨੂੰ ਸਵੀਕਾਰ ਤਾਂ ਕਰ ਹੀ ਰਹੇ ਹੋ। ਸਕਾਰਾਤਮਕ ਤਸਦੀਕ ਨੂੰ ਦੁਹਰਾਉਣਾ ਇਹ ਜਾਣਨਾ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ, ਮਸਤਿਸ਼ਕ ਨੂੰ ਚੇਤਨਾ ਦੀ ਉਸ ਅਵਸਥਾ ਵੱਲ ਲੈ ਜਾਂਦਾ ਹੈ ਜਿੱਥੇ ਇਹ ਤੁਹਾਡੀ
ਕਈਆਂ ਗੱਲਾਂ ਨੂੰ ਸੱਚ ਮੰਨ ਲੈਂਦੀਆਂ ਹਨ। ਜੀਵਨ ਦੀਆਂ ਸੱਚਾਈਆਂ ਦੀ ਤਦੋਂ ਤੱਕ ਸਕਾਰਾਤਮਕ ਤਸਦੀਕ ਕਰਦੇ ਰਹੋ ਜਦੋਂ ਤੱਕ ਕਿ ਤੁਹਾਨੂੰ ਤਸੱਲੀ ਬਖਸ਼ ਅਵਚੇਤਨ ਪ੍ਰਤੀਕਿਰਿਆ ਨਾ ਮਿਲ ਜਾਵੇ। ਤਰਕਪੂਰਨ ਵਿਧੀ। ਇਹ ਤਕਨੀਕ ਇਸ ਦੇ ਨਾਂ ਦੇ ਅਨੁਰੂਪ ਹੀ ਹੈ। ਇਹ ਡਾਕਟਰ ਫੀਨਜ ਹਰਸਟ ਕਵਿੰਬੀ ਦੇ ਅਦਭੁਤ ਕਾਰਜ ਨਾਲ ਵਿਕਸਿਤ ਹੋਈ। ਡਾਕਟਰ ਕਵਿੰਬੀ ਮਾਨਸਿਕ ਤੇ ਅਧਿਆਤਮਕ ਉਪਚਾਰ ਦੇ ਖੇਤਰ ਵਿੱਚ ਮੋਹਰੀ ਸਨ ਅਤੇ 1 ਸਦੀ ਤੋਂ ਵੀ ਪਹਿਲਾਂ ਬੇਲਫਾਸਟ ਮੈਨ ਵਿੱਚ ਇਲਾਜ ਕਰਦੇ ਸਨ। ਉਹ ਦਰਅਸਲ ਦਹਿਕ ਚਿਕਿਤਸਾ ਦੇ ਮੋਢੀ ਤੇ ਪਹਿਲੇ ਚਿਕਿਤਸਕ ਸਨ। ਉਹਨਾਂ ਵਿੱਚ ਮਰੀਜ਼ ਦੇ ਸੰਤਾਪ ਅਤੇ ਦਰਦ ਦੇ ਕਾਰਨ ਨੂੰ ਅੰਤੀ ਇੰਦਰੀ ਤਰੀਕੇ ਨਾਲ ਭਾਪਣ ਦੀ ਵਿਲੱਖਣ ਸਮਰੱਥਾ ਸੀ। ਸੰਖੇਪ ਵਿੱਚ ਕਿਹਾ ਜਾਵੇ ਤਾਂ ਤਰਕਪੂਰਨ ਵਿਧੀ ਜਿਸ ਦਾ ਪ੍ਰਯੋਗ ਕਵਿੰਬੀ ਨੇ ਇੰਨੇ ਸਫਲਤਾ ਨਾਲ ਕੀਤਾ ਸੀ ਅਧਿਆਤਮਕ ਤਰਕ ਉੱਤੇ ਆਧਾਰਿਤ ਹੈ। ਤੁਸੀਂ ਮਰੀਜ਼ ਅਤੇ ਆਪਣੇ ਆਪ ਨੂੰ ਇਹ ਵਿਸ਼ਵਾਸ ਦਿਵਾਉਂਦੇ ਹੋ ਕਿ ਰੋਗ ਤੁਹਾਡੇ ਅਵਚੇਤਨ ਮਨ ਦੇ ਝੂਠੇ ਵਿਸ਼ਵਾਸਾਂ, ਨਿਰਾਧਾਰ ਭੈ ਅਤੇ ਨਕਾਰਾਤਮਕ ਢਾਂਚਿਆਂ ਦੇ ਕਾਰਨ ਹੋਇਆ ਹੈ। ਤੁਸੀਂ ਆਪਣੇ ਮਸਤਿਸ਼ਕ ਵਿੱਚ ਸਪਸ਼ਟਤਾ ਨਾਲ ਇਸ ਉੱਤੇ ਤਰਕ ਕਰਦੇ ਹੋ ਅਤੇ ਰੋਗੀ ਨੂੰ ਵਿਸ਼ਵਾਸ ਦਿਲਾ ਦਿੰਦੇ ਹੋ ਕਿ ਬਿਮਾਰੀ ਵਿਚਾਰ ਦੀ ਇੱਕ ਵਿਕਰਤ ਐਂਠਣ ਭਰੇ ਢਾਂਚੇ ਦੇ ਕਾਰਨ ਹੈ ਜਿਹੜੀ ਸਰੀਰ ਵਿੱਚ ਪ੍ਰਗਟ ਹੋ ਗਿਆ ਹੈ। ਕਿਸੇ ਬਾਹਰਲੀ ਸ਼ਕਤੀ ਜਾਂ ਕਾਰਨ ਵਿੱਚ ਗਲਤ ਵਿਸ਼ਵਾਸ ਹੁਣ ਰੋਗ ਦੇ ਰੂਪ ਵਿੱਚ ਬਾਹਰ ਆ ਰਿਹਾ ਹੈ, ਲੇਕਿਨ ਵਿਚਾਰਾਂ ਨੂੰ ਬਦਲ ਕੇ ਰੋਗ ਦਾ ਉਪਚਾਰ ਕੀਤਾ ਜਾ ਸਕਦਾ ਹੈ। ਤੁਸੀਂ ਰੋਗੀ ਦੇ ਸਾਹਮਣੇ ਸਪਸ਼ਟ ਕਰਦੇ ਹੋ ਕਿ ਵਿਸ਼ਵਾਸ ਨੂੰ ਬਦਲਣਾ ਹੀ ਹਰ ਉਪਚਾਰ ਦਾ ਆਧਾਰ ਹੈ। ਤੁਸੀਂ ਇਹ ਵੀ ਦੱਸਦੇ ਹੋ ਕਿ ਅਵਚੇਤਨ ਮਨ ਨੇ ਸਰੀਰ ਤੇ ਇਸ ਦੇ ਸਾਰੇ ਅੰਗਾਂ ਦੀ ਰਚਨਾ ਕੀਤੀ, ਇਸ ਲਈ ਇਹ ਜਾਣਨਾ ਹੈ ਕਿ ਇਸ ਦਾ ਕਿਵੇਂ ਉਪਚਾਰ ਹੁੰਦਾ ਹੈ, ਇਸ ਲਈ ਇਸ ਦਾ ਉਪਚਾਰ ਕਰ ਸਕਦਾ ਹੈ ਅਤੇ ਤੁਹਾਡੇ ਬੋਲਣ ਸਮੇਂ ਵੀ ਇੰਜ ਹੀ ਕਰ ਰਿਹਾ ਹੈ। ਆਪਣੇ ਮਨ ਦੀ ਅਦਾਲਤ ਵਿੱਚ ਤੁਸੀਂ ਬਹਿਸ ਕਰਦੇ ਹਾਂ ਕਿ ਰੋਗ ਮਸਤਿਸ਼ਕ ਦੀ ਵਿਕਰਤ ਵਿਚਾਰ ਛਵੀ ਦਾ ਪ੍ਰਗਟਾਵਾ ਹੈ। ਤੁਸੀਂ ਅੰਦਰੂਨੀ ਉਪਚਾਰਕ ਸ਼ਕਤੀ ਦੇ ਸਮਰਥਨ ਵਿੱਚ ਜਿੰਨੇ ਵੀ ਤਰਕ ਅਤੇ ਪ੍ਰਮਾਣ ਜੁਟਾ ਸਕਦੇ ਹੋ ਉਨੇ ਹੀ ਜੁਟਾਉਂਦੇ ਹਾਂ। ਆਖਰ ਇਸੇ ਸ਼ਕਤੀ ਨੇ ਹੀ ਤਾਂ ਸਾਰੇ ਅੰਗਾਂ ਦੀ ਰਚਨਾ ਕੀਤੀ ਹੈ ਅਤੇ ਇਸ ਵਿੱਚ ਹੀ ਹਰ ਕੋਸ਼ਿਕਾ ਸੁਨਾਯੂ ਤੇ ਊਤਕ ਦਾ ਆਦਰਸ਼ ਤੰਤਰ ਹੈ। ਫਿਰ ਤੁਸੀਂ ਆਪਣੇ ਮਸਤਿਸ਼ਕ ਦੀ ਅਦਾਲਤ ਵਿੱਚ ਆਪਣੇ ਅਤੇ ਆਪਣੇ ਰੋਗ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋ। ਤੁਸੀਂ ਆਸਥਾ ਅਤੇ ਅਧਿਆਤਮਕ ਸਮਝ ਰਾਹੀਂ ਰੋਗੀ ਨੂੰ ਮੁਕਤ ਕਰਦੇ ਹੋ। ਤੁਹਾਡਾ ਮਾਨਸਿਕ ਅਤੇ ਅਧਿਆਤਮਕ ਪ੍ਰਮਾਣ ਅਜਿੱਤ ਹੈ ਕਿਉਂਕਿ ਸਿਰਫ ਇੱਕ ਹੀ ਮਸਤਿਸ਼ਕ ਹੈ। ਇਸ ਲਈ ਤੁਸੀਂ ਜਿਸ ਨੂੰ ਸੱਚ ਮੰਨਦੇ ਹੋ ਉਹ ਰੋਗੀ ਦੇ ਅਨੁਭਵ ਵਿੱਚ ਪ੍ਰਗਟ ਹੋ ਜਾਂਦਾ ਹੈ ਅਤੇ ਉਪਚਾਰ ਹੋ ਜਾਂਦਾ ਹੈ। ਪਰਮ ਵਿਧੀ ਅਜੋਕੇ ਅਲਟਰਾਸਾਊਂਡ ਉਪਚਾਰ ਵਾਂਗ ਹੀ ਹੈ। ਸਾਰੀ ਦੁਨੀਆ ਵਿੱਚ ਕਈ ਲੋਕ ਇਸ ਵਿਧੀ ਨਾਲ ਪ੍ਰਾਰਥਨਾ ਉਪਚਾਰ ਕਰਦੇ ਹਨ ਅਤੇ ਉਹਨਾਂ ਨੂੰ ਅਦਭੁਤ ਨਤੀਜੇ ਮਿਲਦੇ ਹਨ। ਪਰਮ ਵਿਧੀ ਦਾ ਪ੍ਰਯੋਗ ਕਰਨ ਵਾਲਾ ਵਿਅਕਤੀ ਰੋਗੀ ਦਾ ਨਾਂ ਲੈਂਦਾ ਹੈ, ਫਿਰ ਉਹ ਈਸ਼ਵਰ ਤੇ ਉਸ ਦੇ ਗੁਣਾਂ ਦੇ ਬਾਰੇ ਵਿੱਚ ਖਾਮੋਸ਼ੀ ਨਾਲ ਸੋਚਦਾ ਹੈ। ਜਿਵੇਂ ਈਸ਼ਵਰ ਪਰਮ ਆਨੰਦ ਹੈ, ਅਨੰਤ ਪ੍ਰੇਮ ਹੈ, ਅਸੀਮ ਬੁੱਧੀਮਤਾ ਹੈ, ਸਰਵ ਸ਼ਕਤੀਮਾਨ ਹੈ, ਅਨੰਤ ਗਿਆਨ ਹੈ, ਪੂਰਨ ਸਦਭਾਵ ਹੈ, ਨਾ ਵਰਣਨਯੋਗ ਸੁੰਦਰਤਾ ਅਤੇ ਪੂਰਨਤਾ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ ਤਾਂ ਉਸ ਦੀ ਚੇਤਨਾ ਉੱਤੇ ਉੱਠ ਕੇ ਇੱਕ ਨਵੇਂ ਧਰਾਤਲ ਤੇ ਪੁੱਜ ਜਾਂਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਈਸ਼ਵਰੀ ਪ੍ਰੇਮ ਦਾ ਮਹਾਸਾਗਰ ਰੋਗੀ ਦੇ ਮਨ ਤੇ ਸਰੀਰ ਵਿੱਚ ਮੌਜੂਦ ਹਰ ਗੜਬੜ ਚੀਜ਼ ਨੂੰ ਡੋਬ ਰਿਹਾ ਹੈ, ਜਿਸ ਨੂੰ ਦੂਰ ਕਰਨ ਲਈ ਉਹ ਪ੍ਰਾਰਥਨਾ ਕਰ ਰਿਹਾ ਹੈ। ਉਹ ਮਹਿਸੂਸ ਕਰਦਾ ਹੈ ਕਿ ਈਸ਼ਵਰ ਦੀ ਸਾਰੀ ਸ਼ਕਤੀ ਅਤੇ ਪ੍ਰੇਮ ਹੁਣ ਰੋਗੀ ਉੱਤੇ ਕੇਂਦਰਿਤ ਹੋ ਰਿਹਾ ਹੈ। ਜੋ ਵੀ ਸੰਤਾਪਕਾਰੀ ਜਾਂ ਪਰੇਸ਼ਾਨੀ ਭਰਿਆ ਹੈ ਉਹ ਜੀਵਨ ਅਤੇ ਪ੍ਰੇਮ ਦੇ ਅਸੀਮ ਮਹਾਸਾਗਰ ਦੀ ਮੌਜੂਦਗੀ ਵਿੱਚ ਹੁਣ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹੈ। ਪ੍ਰਾਰਥਨਾ ਦੀ ਪਰਮ ਵਿਧੀ ਦੀ ਤੁਲਨਾ ਅਲਟਰਾਸਾਊਂਡ ਚਿਕਿਤਸਾ ਵਿੱਚ ਹੋਏ ਨਵੇਂ ਸ਼ੋਧਾਂ ਰਾਹੀਂ ਕੀਤੀ ਜਾ ਸਕਦੀ ਹੈ। ਲਾਸ ਐਂਜਲਸ ਦੀ ਇੱਕ ਪ੍ਰਸਿੱਧ ਡਾਕਟਰ ਨੇ ਮੈਨੂੰ ਹਾਲ ਵਿੱਚ ਹੀ ਇਸ ਬਾਰੇ ਵਿੱਚ ਦੱਸਿਆ। ਇਹ ਮਹਿਲਾ ਡਾਕਟਰ ਆਪਣੇ ਕੰਮ ਵਿੱਚ ਜਿਸ ਵਿਧੀ ਦਾ ਪ੍ਰਯੋਗ ਕਰਦੀ ਹੈ ਉਹ ਹਾਈ ਫ੍ਰੀਕੁਐਂਸੀ ਦੀ ਸਦੀਵੀ ਸਵਰ ਲਹਿਰਾਂ ਉਤਪੰਨ ਕਰਦੀਆਂ ਹਨ। ਜਦੋਂ ਇਹਨਾਂ ਨੂੰ ਸਰੀਰ ਦੇ ਅਸਾਧਾਰਨ ਊਤਕ ਵਾਲੇ ਹਿੱਸੇ ਉੱਤੇ ਕੇਂਦਰਿਤ ਕੀਤਾ ਜਾਂਦਾ ਹੈ ਤਾਂ ਪ੍ਰਭਾਵਿਤ ਕੋਸ਼ਿਕਾਵਾਂ ਅਲਟਰਾਸਾਊਂਡ ਦੇ ਪ੍ਰਤੀ ਗੂੰਜ ਵਿਅਕਤ ਕਰਦੀਆਂ ਹਨ। ਈਸ਼ਵਰ ਦੇ ਗੁਣਾਂ ਤੇ ਵਿਚਾਰ ਕਰਕੇ ਅਸੀਂ ਚੇਤਨਾ ਵਿੱਚ ਜਿੰਨਾ ਉੱਤੇ ਉੱਠਦੇ ਹਾਂ, ਸਦਭਾਵ, ਸਿਹਤ ਤੇ ਸ਼ਾਂਤੀ ਦੀ ਓਨੀ ਹੀ ਅਧਿਆਤਮਕ ਲਹਿਰਾਂ ਉਤਪੰਨ ਕਰਦੇ ਹਨ। ਜਿਨ੍ਹਾਂ ਤੇ ਇਹ ਲਹਿਰਾਂ ਕੇਂਦਰਿਤ ਹੈ
ਉਹ ਉਹਨਾਂ ਗੂੰਜਾਂ ਦੇ ਰੂਪ ਵਿੱਚ ਪ੍ਰਤੀਕਿਰਿਆ ਕਰਦੇ ਹਨ। ਪ੍ਰਾਰਥਨਾ ਦੀ ਇਸ ਤਕਨੀਕ ਤੋਂ ਵੀ ਅਲੌਕਿਕ ਉਪਚਾਰ ਹੋਏ ਹਨ। ਇੱਕ ਅਪੰਗ ਵਿਅਕਤੀ ਚੱਲਦਾ ਹੈ। ਡਾਕਟਰ ਕਵਿੰਬੀ ਆਪਣੇ ਉਪਚਾਰਕ ਕੈਰੀਅਰ ਵਿੱਚ ਪਰਮਵਿਧੀ ਦਾ ਪ੍ਰਯੋਗ ਅਕਸਰ ਕਰਦੇ ਸਨ। ਉਹਨਾਂ ਦੀ ਇੱਕ ਪਾਂਡੂਲਿਪੀ ਦੱਸਦੀ ਹੈ ਕਿ ਉਹਨਾਂ ਨੇ ਕਿਵੇਂ ਇੱਕ ਅਪੰਗ ਔਰਤ ਨੂੰ ਠੀਕ ਕੀਤਾ। ਉਹ ਉਸ ਮਹਿਲਾ ਨੂੰ ਦੇਖਣ ਗਏ ਜਿਹੜੀ ਅਪਾਹਜ ਸੀ, ਬਿਰਧ ਸੀ ਤੇ ਬਿਸਤਰ 'ਤੇ ਪਈ ਹੋਈ ਸੀ। ਉਹ ਦੱਸਦੇ ਹਨ ਕਿ ਉਸ ਦੀ ਬਿਮਾਰੀ ਦਾ ਕਾਰਨ ਸਪਸ਼ਟ ਨਹੀਂ ਸੀ। ਉਹ ਇੰਨੇ ਨਿੱਕੇ ਧਰਮ ਮਤ ਵਿੱਚ ਕੈਦ ਸੀ ਕਿ ਖੜੀ ਨਹੀਂ ਹੋ ਸਕਦੀ ਸੀ ਅਤੇ ਚੱਲ ਨਹੀਂ ਸਕਦੀ ਸੀ। ਉਹ ਭੈ ਅਤੇ ਅਗਿਆਨ ਦੀ ਕਬਰ ਵਿੱਚ ਰਹਿ ਰਹੀ ਸੀ। ਕਿਉਂਕਿ ਉਸਨੇ ਬਾਈਬਲ ਨੂੰ ਅੱਖਰਾਂ ਵਾਂਗ ਲਿਆ, ਇਸ ਲਈ ਇਸ ਤੋਂ ਡਰ ਗਈ। ਕਵਿੰਬੀ ਨੇ ਕਿਹਾ, ਇਸ ਕਬਰ ਵਿੱਚ ਉਹ ਈਸ਼ਵਰ ਦੀ ਮੌਜੂਦਗੀ ਤੇ ਸ਼ਕਤੀ ਬੰਧਨਾਂ ਨੂੰ ਤੋੜਨ ਅਤੇ ਮ੍ਰਿਤੂ ਤੋਂ ਮੁੜਨ ਦੀ ਕੋਸ਼ਿਸ਼ ਕਰ ਰਹੀ ਸੀ। ਜਦ ਮਹਿਲਾ ਨੇ ਦੂਜਿਆਂ ਕੋਲੋਂ ਬਾਈਬਲ ਦੇ ਇੱਕ ਪ੍ਰਸੰਗ ਦਾ ਅਰਥ ਪੁੱਛਿਆ ਤਾਂ ਜਵਾਬ ਪੱਥਰ ਵਾਂਗ ਮਿਲਿਆ। ਫਿਰ ਉਹ ਜੀਵਨ ਦੀ ਰੋਟੀ ਦੀ ਭੁੱਖ ਮਹਿਸੂਸ ਕਰਨ ਲੱਗੀ। ਡਾਕਟਰ ਕਵਿੰਬੀ ਨੇ ਉਸ ਦੇ ਮਸਲੇ ਦਾ ਹੱਲ ਕਰਦਿਆਂ ਕਿਹਾ ਕਿ ਉਸ ਦਾ ਦਿਮਾਗ ਰੋਮਾਂਚ ਅਤੇ ਡਰ ਦੇ ਕਾਰਨ ਰੁਕ ਗਿਆ। ਇਸ ਲਈ ਉਹ ਬਾਈਬਲ ਦੇ ਉਸ ਪ੍ਰਸੰਗ ਦਾ ਅਰਥ ਸਪਸ਼ਟ ਨਹੀਂ ਸਮਝ ਪਾਈ। ਇਸ ਲਈ ਉਸਦੇ ਸਰੀਰ ਵਿੱਚ ਭਾਰੀ ਅਤੇ ਮੰਦ ਭਾਵ ਆ ਗਏ, ਜਿਹੜੇ ਕਿ ਅਧਰੰਗ ਵਿੱਚ ਬਦਲ ਗਏ। ਇਸ ਮੋੜ ਉੱਤੇ ਕਵਿੰਬੀ ਨੇ ਉਸ ਨੂੰ ਪੁੱਛਿਆ ਕਿ ਬਾਈਬਲ ਦੀ ਇਹਨਾਂ ਲਕੀਰਾਂ ਦਾ ਕੀ ਮਤਲਬ ਹੈ। ਥੋੜ੍ਹੇ ਸਮੇਂ ਲਈ ਮੈਂ ਤੁਹਾਡੇ ਨਾਲ ਹਾਂ ਅਤੇ ਫਿਰ ਮੈਂ ਉਸ ਪਰਮ ਪਿਤਾ ਦੇ ਕੋਲ ਚਲਾ ਜਾਵਾਂਗਾ ਜਿਸ ਨੇ ਮੈਨੂੰ ਭੇਜਿਆ ਹੈ। ਤੁਸੀਂ ਮੈਨੂੰ ਖੋਜੋਗੇ, ਲੇਕਿਨ ਮੈਂ ਤੁਹਾਨੂੰ ਨਹੀਂ ਮਿਲਾਂਗਾ ਅਤੇ ਜਿੱਥੇ ਮੈਂ ਹਾਂ ਉੱਥੇ ਤੁਸੀਂ ਆ ਨਹੀਂ ਸਕਦੇ। ਉਸਨੇ ਜਵਾਬ ਦਿੱਤਾ ਕਿ ਇਸ ਦਾ ਮਤਲਬ ਇਹ ਹੈ ਕਿ ਈਸਾ ਮਸੀਹ ਸੁਰਗ ਚਲੇ ਗਏ। ਕਵਿੰਬੀ ਨੇ ਉਸ ਨੂੰ ਇਸ ਦਾ ਅਸਲ ਅਰਥ ਸਮਝਾਇਆ। ਉਹਨਾਂ ਨੇ ਦੱਸਿਆ ਕਿ ਉਸ ਦੇ ਨਾਲ ਥੋੜ੍ਹਾ ਸਮਾਂ ਰਹਿਣ ਦਾ ਮਤਲਬ ਉਸ ਦੇ ਲੱਛਣਾਂ, ਭਾਵਨਾਵਾਂ ਅਤੇ ਕਾਰਨਾਂ ਦਾ ਸਪਸ਼ਟੀਕਰਨ ਹੈ। ਉਸ ਨੂੰ ਉਸ ਮਹਿਲਾ ਦੀ ਹਾਲਤ ਉੱਤੇ ਦਿਆਲਤੂ ਅਤੇ ਹਮਦਰਦੀ ਹੁੰਦੀ ਹੈ, ਲੇਕਿਨ ਉਹ ਇਸ ਮਾਨਸਿਕ ਅਵਸਥਾ ਵਿੱਚ ਨਹੀਂ ਰਹਿ ਸਕਦਾ। ਅਗਲਾ ਕਦਮ ਉਸ ਕੋਲ ਜਾਣਾ ਹੈ ਜਿਸ ਨੇ ਸਾਨੂੰ ਭੇਜਿਆ ਹੈ। ਕਵਿੰਬੀ ਨੇ ਦੱਸਿਆ ਕਿ ਇਸ ਦਾ ਇਸ਼ਾਰਾ ਸਾਡੇ ਸਾਰਿਆਂ ਵਿੱਚ ਮੌਜੂਦ ਈਸ਼ਵਰ ਦੀ ਰਚਨਾਤਮਕ ਸ਼ਕਤੀ ਹੈ। ਕਵਿੰਬੀ ਨੇ ਇੱਕਦਮ ਆਪਣੇ ਮਨ ਦੀ ਯਾਤਰਾ ਕੀਤੀ ਅਤੇ ਦੈਵੀ ਸੰਪੂਰਨਤਾ ਉੱਤੇ ਮਨਨ ਕੀਤਾ, ਭਾਵ ਈਸ਼ਵਰ ਦੀ ਸੰਜੀਵਤਾ, ਬੁੱਧੀਮਤਾ, ਸਦਭਾਵ ਤੇ ਸ਼ਕਤੀ ਬਿਮਾਰ ਵਿਅਕਤੀ ਵਿੱਚ ਕੰਮ ਕਰ ਰਹੀ ਹੈ। ਉਹਨਾਂ ਨੇ ਮਹਿਲਾ ਨੂੰ ਕਿਹਾ, ਇਸ ਲਈ ਜਿੱਥੇ ਮੈਂ ਹਾਂ ਉੱਥੇ ਤੁਸੀਂ ਨਹੀਂ ਆ ਸਕਦੀ, ਕਿਉਂਕਿ ਤੂੰ ਆਪਣੇ ਸੋਹਣੇ ਵਿਚਾਰਾਂ 'ਚ ਰੋਗ ਨਾਲ ਪੀੜਿਤ ਹੋ ਹਾਜ਼ਰ ਹੋ, ਜਦੋਂ ਕਿ ਮੈਂ ਸਿਹਤਮੰਦ ਹਾਂ। ਇਸ ਪ੍ਰਾਰਥਨਾ ਅਤੇ ਸਪਸ਼ਟੀਕਰਨ ਦਾ ਇੱਕਦਮ ਨਤੀਜਾ ਮਿਲਿਆ ਤੇ ਉਸ ਮਹਿਲਾ ਦੇ ਦਿਮਾਗ ਦਾ ਕਾਇਆ ਪਲਟ ਹੋ ਗਿਆ। ਉਹ ਬਿਨਾਂ ਵੈਸਾਖੀਆਂ ਦੇ ਚੱਲਣ ਲੱਗੀ। ਕਵਿੰਬੀ ਨੇ ਕਿਹਾ ਕਿ ਇਹ ਉਹਨਾਂ ਦੇ ਸਾਰੇ ਉਪਚਾਰਾਂ ਵਿੱਚ ਅਨੂਠਾ ਸੀ। ਉਹ ਬਿਲਕੁਲ ਗਲਤ ਸੀ ਅਤੇ ਉਸ ਨੂੰ ਸਜੀਵ ਕਰਨਾ ਜਾਂ ਸੱਤ ਸਮਝਾਉਣਾ ਮੁਰਦੇ ਨੂੰ ਜੀਵਤ ਕਰਨ ਵਰਗਾ ਸੀ। ਕਵਿੰਬੀ ਨੇ ਈਸਾ ਮਸੀਹ ਦੇ ਪੁਨਰ ਜੀਵਨ ਨੂੰ ਉਸ ਮਹਿਲਾ ਨੇ ਆਪਣੀ ਸਿਹਤ ਉੱਤੇ ਲਾਗੂ ਕੀਤਾ। ਇਸ ਦਾ ਉਸ ਮਹਿਲਾ 'ਤੇ ਸਦੀਵੀ ਪ੍ਰਭਾਵ ਪਿਆ। ਕਵਿੰਬੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਸ ਨੇ ਜੋ ਸੱਚ ਸਵੀਕਾਰ ਕੀਤਾ ਸੀ ਉਹ ਇਹੋ ਜਿਹਾ ਦੇਵਦੂਤ ਜਾਂ ਵਿਚਾਰ ਸੀ ਜਿਹੜਾ ਡਰ, ਅਗਿਆਨ, ਅੰਧ ਵਿਸ਼ਵਾਸ ਦੇ ਪੱਥਰਾਂ ਨੂੰ ਲੁੜਕਾ ਦਿੰਦਾ ਸੀ। ਇਸ ਨਾਲ ਈਸ਼ਵਰ ਦੀ ਉਪਚਾਰਕ ਸ਼ਕਤੀ ਮੁਕਤ ਹੋਈ ਜਿਸ ਨੇ ਉਸ ਨੂੰ ਸਿਹਤਮੰਦ ਕਰ ਦਿੱਤਾ। ਆਦੇਸ਼ ਵਿਧੀ। ਸਾਡੇ ਸ਼ਬਦਾਂ ਵਿੱਚ ਸ਼ਕਤੀ ਉਹਨਾਂ ਦੇ ਪਿੱਛੇ ਦੀ ਭਾਵਨਾ ਅਤੇ ਵਿਸ਼ਵਾਸ ਦੇ ਅਨੁਰੂਪ ਆਉਂਦੀ ਹੈ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ ਸ਼ਬਦਾਂ ਦੇ ਪਿੱਛੇ ਦੁਨੀਆ ਸਾਡੇ ਹੱਕ ਵਿੱਚ ਚਲਾਉਣ ਵਾਲੀ ਸ਼ਕਤੀ ਹੈ ਤਾਂ ਸਾਡਾ ਆਤਮ ਵਿਸ਼ਵਾਸ ਵੱਧ ਜਾਂਦਾ ਹੈ। ਤੁਸੀਂ ਇਸ ਵਿੱਚ ਹੋਰ ਜ਼ਿਆਦਾ ਸ਼ਕਤੀ ਜੋੜਨ ਦੀ ਕੋਸ਼ਿਸ਼ ਕਰਦੇ ਹੋ। ਇਸ ਵਿੱਚ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ, ਬਲ ਪ੍ਰਯੋਗ ਜਾਂ ਮਾਨਸਿਕ ਕੁਸ਼ਤੀ ਨਹੀਂ ਹੋਣੀ ਚਾਹੀਦੀ। ਇੱਕ ਮੁਟਿਆਰ ਨੇ ਆਦੇਸ਼ ਵਿਧੀ ਦਾ ਇਸਤੇਮਾਲ ਇੱਕ ਗੱਭਰੂ ਉੱਤੇ ਕੀਤਾ ਜੋ ਲਗਾਤਾਰ ਉਸ ਨੂੰ ਫੋਨ ਕਰਕੇ ਤੰਗ ਕਰ ਰਿਹਾ ਸੀ ਅਤੇ ਡੇਟਿੰਗ ਉੱਤੇ ਜਾਣ ਲਈ ਦਬਾਅ ਪਾ ਰਿਹਾ ਸੀ। ਉਸ ਕੋਲੋਂ ਛੁਟਕਾਰਾ ਪਾਉਣਾ ਮੁਟਿਆਰ ਨੂੰ ਬੜਾ ਔਖਾ ਲੱਗ ਰਿਹਾ ਸੀ। ਜਦੋਂ ਉਹ ਉਸ ਦੇ ਆਫਿਸ ਵਿੱਚ ਵੀ ਆਉਣ ਲੱਗਾ ਤਾਂ ਮੁਟਿਆਰ ਸਮਝ ਗਈ ਕਿ ਹੁਣ ਉਸ ਨੂੰ ਇੱਕਦਮ ਕੋਈ ਪ੍ਰਭਾਵੀ ਕਦਮ ਚੁੱਕਣਾ ਪਵੇਗਾ। ਦਿਨ ਵਿੱਚ ਕਈ ਵਾਰ ਉਹ ਆਪ ਨੂੰ ਸ਼ਾਂਤ ਅਵਸਥਾ ਵਿੱਚ ਲਿਆ ਕੇ ਵਾਰ-ਵਾਰ ਇਹ ਆਦੇਸ਼ ਦੇਣ ਲੱਗੀ, ਮੈਂ ਜੇ ਆਰ ਨੂੰ ਈਸ਼ਵਰ ਲਈ ਮੁਕਤ ਕਰਦੀ ਹਾਂ, ਉਹ ਹਰ ਵੇਲੇ ਆਪਣੀ ਜਗ੍ਹਾ 'ਤੇ ਸਹੀ ਹੈ। ਮੈਂ ਸੁਤੰਤਰ ਹਾਂ, ਉਹ ਸੁਤੰਤਰ ਹੈ। ਮੈਂ ਹੁਣ ਆਦੇਸ਼ ਦਿੰਦੀ ਹਾਂ ਕਿ ਮੇਰੇ ਸ਼ਬਦ ਅਸੀਮ
ਮਸਤਿਸ਼ਕ ਵਿੱਚ ਪੁੱਜ ਕੇ ਇਸ ਨੂੰ ਅਸਲ ਵਿੱਚ ਤਬਦੀਲ ਕਰ ਦੇਣ, ਇੰਜ ਹੀ ਹੋਵੇ। ਉਸਨੇ ਦੱਸਿਆ ਕਿ ਗੱਭਰੂ ਉਸਦੀ ਜ਼ਿੰਦਗੀ ਤੋਂ ਇੱਕਦਮ ਹੀ ਗਾਇਬ ਹੋ ਗਿਆ। ਉਹ ਉਸ ਮੁਟਿਆਰ ਨੂੰ ਦੁਬਾਰਾ ਨਹੀਂ ਦਿਖਿਆ। ਉਹ ਕਹਿੰਦੀ ਹੈ, ਇੰਜ ਲੱਗਿਆ ਜਿਵੇਂ ਉਸ ਨੂੰ ਜ਼ਮੀਨ ਨੇ ਲੰਘ ਲਿਆ ਹੋਵੇ। ਤੁਸੀਂ ਕਿਸੇ ਚੀਜ਼ ਨੂੰ ਆਦੇਸ਼ ਦਿਓਗੇ ਤਾਂ ਇਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਵੇਗੀ ਅਤੇ ਤੁਹਾਡੇ ਰਾਸਤੇ 'ਤੇ ਰੌਸ਼ਨੀ ਬਲ ਜਾਵੇਗੀ। ਵਿਗਿਆਨਕ ਸੱਚਾਈ ਤੋਂ ਲਾਹਾ ਲਵੋ। ਨੰਬਰ 1, ਮਾਨਸਿਕ ਇੰਜੀਨੀਅਰ ਬਣੋ ਅਤੇ ਜ਼ਿਆਦਾ ਵਿਆਪਕ ਤੇ ਮਹਾਨ ਜੀਵਨ ਬਣਾਉਣ ਲਈ ਅਜ਼ਮਾਈਆਂ ਹੋਈਆਂ ਤੇ ਸਮੇਂ ਸਿੱਧ ਤਕਨੀਕਾਂ ਦਾ ਪ੍ਰਯੋਗ ਕਰੋ। ਨੰਬਰ 2, ਤੁਹਾਡੀ ਮਨੋਕਾਮਨਾ ਤੁਹਾਡੀ ਪ੍ਰਾਰਥਨਾ ਹੈ। ਇਸ ਵੇਲੇ ਆਪਣੀ ਮਨੋਕਾਮਨਾ ਪੂਰੀ ਹੋਣ ਦੀ ਤਸਵੀਰ ਬਣਾਓ ਤੇ ਇਸ ਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ। ਤੁਹਾਡੀ ਮਨੋਕਾਮਨਾ ਸੱਚਮੁੱਚ ਹੀ ਪੂਰੀ ਹੋ ਜਾਵੇਗੀ। ਚੀਜ਼ਾਂ ਨੂੰ ਸੌਖੇ ਤਰੀਕੇ ਨਾਲ ਹਾਸਲ ਕਰਨ ਦੀ ਇੱਛਾ ਕਰੋ, ਮਾਨਸਿਕ ਵਿਗਿਆਨ ਦੀ ਅਚੂਕ ਮਦਦ ਨਾਲ। ਨੰਬਰ 4, ਤੁਸੀਂ ਆਪਣੇ ਮਨ ਦੇ ਸਟੂਡੀਓ ਵਿੱਚ ਸੋਚੇ ਗਏ ਵਿਚਾਰਾਂ ਤੋਂ ਚੰਗੀ ਸਿਹਤ, ਸਫਲਤਾ ਅਤੇ ਖੁਸ਼ੀ ਦੀ ਤਸਵੀਰ ਬਣਾ ਸਕਦੇ ਹੋ। ਨੰਬਰ 5, ਵਿਗਿਆਨਕ ਤੌਰ 'ਤੇ ਪ੍ਰਯੋਗ ਕਰਦੇ ਰਹੋ ਜਦੋਂ ਤੱਕ ਕਿ ਤੁਸੀਂ ਆਪਣੇ ਸਾਹਮਣੇ ਇਹ ਸਾਬਤ ਨਾ ਕਰ ਦਿਓ ਕਿ ਤੁਹਾਡੀ ਚੇਤਨ ਸੋਚ ਤੇ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਦੀ ਹਮੇਸ਼ਾ ਸਿੱਧੀ ਪ੍ਰਤੀਕਿਰਿਆ ਹੁੰਦੀ ਹੈ। ਨੰਬਰ 6, ਆਪਣੀ ਮਨੋਕਾਮਨਾ ਦੀ ਨਿਸ਼ਚਿਤ ਉਪਲਬਧੀ ਦੇ ਪੂਰਵਾਨੁਮਾਨ ਵਿੱਚ ਖੁਸ਼ੀ ਤੇ ਆਰਾਮ ਨੂੰ ਅਨੁਭਵ ਕਰੋ। ਤੁਸੀਂ ਆਪਣੇ ਮਸਤਿਸ਼ਕ ਵਿੱਚ ਜਿਹੜੀ ਤਸਵੀਰ ਰੱਖੋ ਉਹ ਉਹਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਆਸ ਤਾਂ ਹੋਵੇ ਲੇਕਿਨ ਪ੍ਰਮਾਣ ਨਾ ਹੋਵੇ। ਨੰਬਰ 7, ਇੱਕ ਮਾਨਸਿਕ ਤਸਵੀਰ 1000 ਸ਼ਬਦਾਂ ਦੇ ਬਰਾਬਰ ਹੈ। ਤੁਸੀਂ ਆਸਥਾ ਨਾਲ ਆਪਣੇ ਮਨ ਵਿੱਚ ਜਿਸ ਨੂੰ ਰੱਖੋਗੇ ਤੁਹਾਡਾ ਅਵਚੇਤਨ ਉਸ ਨੂੰ ਹਕੀਕਤ ਵਿੱਚ ਬਦਲ ਦੇਵੇਗਾ। ਨੰਬਰ 8, ਪ੍ਰਾਰਥਨਾ ਵਿੱਚ ਕਿਸੇ ਤਰ੍ਹਾਂ ਦੀ ਜਬਰਨ ਕੋਸ਼ਿਸ਼ ਜਾਂ ਮਾਨਸਿਕ ਦਬਾਅ ਦਾ ਪ੍ਰਯੋਗ ਨਾ ਕਰੋ। ਉਹ ਨੀਂਦਰੀ ਨਿਸ਼ਕਰੀਆ ਅਵਸਥਾ ਵਿੱਚ ਪੁੱਜ ਜਾਵੋ ਅਤੇ ਇਸ ਅਹਿਸਾਸ ਨਾਲ ਸੌਂ ਜਾਵੋ ਕਿ ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲ ਜਾਵੇਗਾ। ਯਾਦ ਰੱਖੋ, ਕਿਰਤੱਗ ਹਿਰਦਾ ਹਮੇਸ਼ਾ ਬ੍ਰਹਿਮੰਡ ਦੀ ਸਮਰਿੱਧੀ ਦੇ ਨੇੜੇ ਹੁੰਦਾ ਹੈ। ਸਕਾਰਾਤਮਕ ਪੁਸ਼ਟੀ ਕਰਨ ਦਾ ਮਤਲਬ ਇਹ ਕਹਿਣਾ ਹੈ ਕਿ ਇੰਜ ਹੀ ਹੈ ਅਤੇ ਵਿਪਰੀਤ ਨਤੀਜਿਆਂ ਦੇ ਬਾਵਜੂਦ ਜਦੋਂ ਤੁਸੀਂ ਇਸ ਮਾਨਸਿਕ ਨਜ਼ਰੀਏ ਨੂੰ ਸੱਚ ਮੰਨਦੇ ਹੋ ਤਾਂ ਤੁਹਾਨੂੰ ਪ੍ਰਾਰਥਨਾ ਦਾ ਜਵਾਬ ਮਿਲੇਗਾ। ਈਸ਼ਵਰ ਦੇ ਪ੍ਰੇਮ ਅਤੇ ਮਹਿਮਾ ਬਾਰੇ ਸੋਚ ਕੇ ਇਕਸੁਰਤਾ, ਸਿਹਤ ਅਤੇ ਸ਼ਾਂਤੀ ਦੀਆਂ ਲਹਿਰਾਂ ਉਤਪੰਨ ਕਰੋ। ਤੁਸੀਂ ਜੋ ਆਦੇਸ਼ ਦਿੰਦੇ ਹੋ ਅਤੇ ਜਿਸ ਨੂੰ ਸੱਚ ਮਹਿਸੂਸ ਕਰਦੇ ਹੋ ਉਹ ਸੱਚ ਹੋ ਜਾਵੇਗਾ। ਇਕਸੁਰਤਾ, ਸਿਹਤ, ਸ਼ਾਂਤੀ ਅਤੇ ਸਮਰਿੱਧੀ ਦੇ ਆਦੇਸ਼ ਦਿਓ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਭਾਗ 6ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।